मुख निकंदन अमरदास गुर हृदय ध्यावं श्री गुरु रामदास गुण गावों श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला श्री गुरु गोबिंद सिंह विसाला तरों तरह पर पुन पुन सीसा पुन पुन सीसा बंदों बार बार जगदीशा जिसमें है अमृत ज्ञान है माणिक भगत वैराग गुरु ग्रंथ साहिब उदत बंदो कार्य अनुराग श्री गुर शब्द कमाए जिन जीते पंच विकार तिन संतन का बंदना सिर चरणन पर तारू एकंकारा सतगुरु ते प्रसाद सच होय वाहेगुरु जी की फतेह विघ्न विनाशन सोय वाहेगुरु जी की फतेह विघ्न विनाशन सोय सतनाम श्री वाहिगुरु साहिब जी बोहरा रहे ग्राम तन तान टेको नित अखेर मृत जाए करत निहाल अनेक को आवे है नर समुदाय रहे ग्राम संतान टेको नित अखेर मृत जाए करत निहाल अनेक को आवह नर समुदाय। वाहिगुरु जी का खालसा वाहिगुरु जी की फतेह। सतगुरु गुरु गरीब नवाज राजान राज पानान पान देवान देव उपमा महान चबर छतर तख्त दे मालक खंडा ब्रह्मंडा दे मालक लोक परलोक दे रखियक पूरी कायनात नूं सांझी वालता दा उपदेश दे के नवाजण वाले गुरदा गद्दी ते सुभाईमान जुगो जुग अटल
ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਮਹਾਨ ਸਤਿਗੁਰਾਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਦਰੋਂ ਕਰੋਂ ਬਰੋਸਾਏ ਮਹਾਂਪੁਰਖ ਮਹਾਨ ਤਪਸਵੀ ਸ਼੍ਰੀਮਾਨ ਸੰਤ ਬਾਬਾ ਮੱਘਰ ਸਿੰਘ ਸਾਹਿਬ ਜੀ ਦੇ ਪਾਵਨ ਤਪ ਸਥਾਨਾਂ ਵਿਖੇ ਨਿਤ ਦੀ ਤਰ੍ਹਾਂ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜ ਰਹੇ ਹੈ, ਜਿਨ੍ਹਾਂ ਦੀਵਾਨਾਂ ਦੇ ਵਿੱਚ ਆਪਾਂ ਰਲ ਮਿਲ ਕਰਕੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹਾਂ। ਪਿੱਛੇ ਆਪਾਂ 8 ਗੁਰੂ ਸਾਹਿਬਾਨਾਂ ਦੇ ਪਵਿੱਤਰ ਜੀਵਨ ਦੀ ਗਾਥਾ ਸਰਵਣ ਕੀਤੀ ਹੈ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਾਵੇਂ ਸਤਿਗੁਰਾਂ ਦੇ ਪਵਿੱਤਰ ਜੀਵਨ ਦੀ ਗਾਥਾ ਵੀ ਪਿਛਲੇ ਕੁਝ ਸਮੇਂ ਤੋਂ ਆਰੰਭ ਹੋਈ ਹੈ, ਜੋ ਆਪ ਮਾਈ ਭਾਈ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਂਦੇ ਹੋਏ ਮਹਾਰਾਜ ਜੀ ਦੇ ਪਵਿੱਤਰ ਜੀਵਨ ਦੀ ਕਥਾ ਸਰਵਣ ਕਰਦੇ ਆ ਰਹੇ ਹੋ। ਕੱਲ ਆਪਾਂ ਜਿਵੇਂ ਪ੍ਰਸੰਗ ਸਰਵਣ ਕੀਤਾ ਸੀ ਕਿ ਸੱਚੇ ਪਾਤਸ਼ਾਹ ਮਹਾਰਾਜ ਨਗਰਾਂ ਨੂੰ ਤਾਰਦੇ ਹੋਏ ਜਿਹੜਾ ਧਮਧਾਨ ਦਾ ਇਲਾਕਾ ਹੈ ਉਸ ਇਲਾਕੇ ਦੇ ਵਿੱਚ ਪਹੁੰਚੇ ਨੇ। ਉੱਥੇ ਜਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਨਿਹਾਲ ਕੀਤਾ ਸੀ। ਕੁਝ ਕੁ ਉੱਥੋਂ ਦੇ ਜਿਹੜੇ ਜ਼ਿਮੀਂਦਾਰ ਸਨ ਤੇ ਉਹਨਾਂ ਦੇ ਵਿੱਚੋਂ ਇੱਕ ਜ਼ਿਮੀਂਦਾਰ ਮਹਾਰਾਜ ਜੀ ਦੇ ਵਾਸਤੇ ਦੁੱਧ ਲੈ ਕੇ ਆਇਆ ਸੀ। ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਦੁੱਧ ਛਕੋ। ਸਤਿਗੁਰੂ ਜੀ ਨੇ ਕਿਹਾ ਕਿ ਭਾਈ ਇਹ ਜਿਹੜਾ ਤੂੰ ਦੁੱਧ ਲੈ ਕੇ ਆਇਆ ਹੈ ਇਹ ਸਾਡੇ ਪੀਣ ਦੇ ਯੋਗ ਨਹੀਂ ਹੈ। ਉਸਨੇ ਬੇਨਤੀ ਕੀਤੀ, ਮਹਾਰਾਜ ਨਹੀਂ, ਮੈਂ ਬੜੇ ਸੋਹਣੇ ਤਰੀਕੇ ਦੇ ਨਾਲ ਸਤਿਜੇ ਢੰਗ ਦੇ ਨਾਲ ਇਹ ਦੁੱਧ ਚੋ ਕੇ ਲਿਆਂਦਾ ਹੈ, ਇਹਦੇ ਵਿੱਚ ਕਿਸੇ ਤਰ੍ਹਾਂ ਕੋਈ ਕਮੀ ਨਹੀਂ ਹੈ, ਕੋਈ ਝੂਠ ਨਹੀਂ ਵਰਤਾਈ ਹੈ, ਆਪ ਜੀ ਦੇ ਛਕਣ ਯੋਗ ਹੈ, ਛਕੋ। ਸਤਿਗੁਰੂ ਜੀ ਕਹਿੰਦੇ ਕਿ ਜਿਨ੍ਹਾਂ ਮੱਝਾਂ ਦਾ ਤੂੰ ਦੁੱਧ ਚੋ ਕੇ ਲਿਆਂਦਾ ਚੋਇਆ ਕਿਵੇਂ ਸੀ? ਤਾਂ ਫਿਰ ਉਹਨਾਂ ਦੱਸਿਆ ਕਿ ਮਹਾਰਾਜ ਸਾਡੀ ਤਾਂ ਐਸੀ ਹਾਲਤ ਹੈ ਇੱਧਰ ਕਿ ਅਸੀਂ ਤਾਂ ਕਈ ਵਾਰ ਇੱਧਰ ਆਸੇ-ਪਾਸੇ ਜਾਈਏ ਤੇ ਲੋਕਾਂ ਦੀਆਂ ਮੱਝਾਂ ਬਾਹਰ ਬੰਨੀਆਂ ਹੁੰਦੀਆਂ ਨੇ ਤੇ ਅਸੀਂ ਮੱਝਾਂ ਐਂ ਖੋਲ ਕੇ ਲੈ ਆਉਂਦੇ ਆ, ਪਿੱਛੇ ਉਹਨਾਂ ਦੇ ਜਿਹੜੇ ਕੱਟੇ ਹੁੰਦੇ ਬੱਚੇ ਹੁੰਦੇ ਜਾਂ ਕੱਟੀਆਂ ਬੱਚੀਆਂ ਤੇ ਮਹਾਰਾਜ ਉਹ ਵਿਲਕਦੀਆਂ ਉੱਥੇ ਮਰ ਜਾਂਦੀਆਂ ਨੇ ਤੇ ਪਸ਼ੂ ਆਪਾਂ ਖੋਲ ਲਿਆਉਂਦੇ ਆ ਤੇ ਉਹਨਾਂ ਦਾ ਦੁੱਧ ਅਸੀਂ ਵੇਚਦੇ ਆ, ਪੀਂਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੱਸੋ ਫਿਰ, ਇੱਕ ਤਾਂ ਤੁਸੀਂ ਉਹ ਪਸ਼ੂ ਮਾਰੇ ਹੈ ਤੇ ਦੂਜਾ ਦੁੱਧ ਚੋਣ ਲੱਗਿਆ, ਫਿਰ ਕੀ ਇਹਨਾਂ ਵਿਚਾਰਿਆਂ ਪਸ਼ੂਆਂ ਦਾ ਹਾਲ ਕੀਤਾ, ਕਿਵੇਂ ਇਹਨਾਂ ਨੂੰ ਕਿੰਨੀ ਤਕਲੀਫ ਦੇ ਕਰਕੇ, ਕਿਵੇਂ ਮੂੜੀਆਂ ਬੰਨ ਕਰਕੇ ਤੇ ਜ਼ਬਰਦਸਤੀ ਨਾਲ ਦੁੱਧ ਚੋਇਆ ਹੈ, ਮਾਰ ਕੇ ਪਸ਼ੂਆਂ ਦੇ ਬੁਰੇ ਹਾਲ ਕੀਤੇ ਨੇ। ਤੇ ਇਹ ਧੱਕੇ ਵਾਲੀ ਚੀਜ਼ ਹੈ, ਇਹ ਹੁਣ ਦੁੱਧ ਨਹੀਂ, ਇਹ ਤਾਂ ਖੂਨ ਹੀ ਹੋ ਗਿਆ ਹੈ, ਸਾਡੇ ਪੀਣ ਜੋਗਾ ਨਹੀਂ ਰਿਹਾ ਹੈ। ਇਹਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਉਹਨਾਂ ਨੂੰ ਦੱਸਿਆ। ਸੁਣ ਕੇ ਉਹ ਮਨ ਦੇ ਵਿੱਚ ਬੜੇ ਭੈ ਭੀਤ ਵੀ ਹੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਰ-ਵਾਰ ਅਨੇਕਾਂ ਤਰ੍ਹਾਂ ਕਰਕੇ ਸਮਝਾਇਆ, ਉਹਨਾਂ ਨੂੰ ਰੋਕਿਆ ਵੀ ਹੈ। ਤਦ ਵੀ ਫਿਰ ਮਹਾਰਾਜ ਨੇ ਕਿਹਾ ਕਿ ਪਤਾ ਨਹੀਂ ਇਹ ਸਿੱਖ ਹੋਣ ਕਿ ਨਾ ਹੋਣ, ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਗੁਰੂ ਪ੍ਰਤੀ ਸ਼ਰਧਾ ਭਾਵਨਾ ਨਹੀਂ ਹੋਣੀ ਵੱਜ ਰਹੀ ਸੀ। ਇੱਦਾਂ ਇਹ ਸਾਖੀ ਆਪਾਂ ਕੱਲ ਸੁਣੀ ਸੀ, ਬੜੇ ਪਿਆਰ ਦੇ ਨਾਲ ਆਪ ਮਾਈ ਭਾਈ ਨੇ ਸਰਵਣ ਕੀਤੀ ਹੈ। ਹੁਣ ਅੱਗੇ ਸੰਗਤ ਜੀ ਅੱਜ ਦਾ ਪ੍ਰਸੰਗ ਆਰੰਭ ਹੋ ਰਿਹਾ ਹੈ। ਇਹ ਪ੍ਰਸੰਗ ਬੜੇ ਧਿਆਨ ਨਾਲ ਔਰ ਬੜੇ ਪ੍ਰੇਮ ਦੇ ਨਾਲ ਸਰਵਣ ਕਰਨ ਵਾਲਾ ਹੈ। ਇਸ ਪ੍ਰਸੰਗ ਦੇ ਵਿੱਚ ਗੁਰੂ ਘਰ ਦੇ ਬੜੇ ਹੀ ਅਨੰਨ ਸੇਵਕ, ਬੜੇ ਪਿਆਰੇ ਸੇਵਕ ਭਾਈ ਮੀਹਾਂ ਜੀ ਦਾ ਪ੍ਰਸੰਗ ਹੈ। ਉਹਨਾਂ ਦੀ ਸਾਖੀ, ਉਹਨਾਂ ਦੀ ਕਥਾ ਇਸ ਪ੍ਰਸੰਗ ਵਿੱਚ ਆ ਰਹੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਜਿੱਥੇ ਪਰਮਾਤਮਾ ਦੀ ਸਿਫਤ ਸਲਾਘਾ ਦੱਸੀ ਜਾਂਦੀ ਹੈ, ਪਰਮਾਤਮਾ ਦਾ ਨਾਮ ਜਪਣ ਵਾਸਤੇ ਉਪਦੇਸ਼ ਦਿੱਤਾ ਜਾਂਦਾ ਹੈ, ਉੱਥੇ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਸਾਧ ਸੰਗਤ ਦੀ ਸੇਵਾ ਵੀ ਬੜੀ ਮਹਾਨ ਮੰਨੀ ਗਈ ਹੈ।
ਤੇ ਬਹੁਤਾਤ ਅੰਦਰ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚੋਂ ਮਹਾਨ ਪਦਵੀਆਂ ਪਾਈਆਂ, ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ, ਉਹਨਾਂ ਨੇ ਸਾਧ ਸੰਗਤ ਜੀ ਗੁਰੂ ਘਰ ਦੀ ਸੇਵਾ ਕਰਕੇ ਹੀ ਬਖਸ਼ਿਸ਼ਾਂ ਪਾਈਆਂ ਨੇ। ਪ੍ਰਤੱਖ 10 ਸਰੀਰ ਗੁਰੂ ਸਾਹਿਬਾਨਾਂ ਨੇ ਧਾਰਨ ਕੀਤੇ ਸਨ ਤੇ 10 ਜਾਮਿਆਂ ਦੇ ਵਿੱਚ ਅਨੇਕਾਂ ਸਿੱਖ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ। ਮਹਾਨ ਉਹਨਾਂ ਨੇ ਘਾਲਣਾ ਕੀਤੀਆਂ ਤੇ ਉਹਨਾਂ ਦੀ ਘਾਲ ਕਮਾਈ ਦੇਖ ਕਰਕੇ ਹੀ ਫਿਰ ਗੁਰੂ ਸਾਹਿਬਾਨ ਉਹਨਾਂ ਨੂੰ ਬਖਸ਼ਿਸ਼ਾਂ ਕਰਿਆ ਕਰਦੇ ਸੀ। ਇਸ ਕਰਕੇ ਗੁਰੂ ਘਰ ਦੇ ਵਿੱਚ ਸੇਵਾ ਬੜੀ ਮਹਾਨ ਮੰਨੀ ਗਈ ਹੈ। ਬਾਬਾ ਬੁੱਢਾ ਸਾਹਿਬ ਸੀ, ਤਿੰਨਾਂ ਦਾ ਸਾਰਾ ਜੀਵਨ ਗੁਰੂ ਕੀ ਆਗਿਆ ਵਿੱਚ ਗੁਰੂ ਦੀ ਸੇਵਾ ਦੇ ਵਿੱਚ ਲੰਘਿਆ। ਸੇਵਾ ਦੀ ਮਹਾਨ ਮਿਸਾਲ ਸਨ ਭਾਈ ਮੰਝ ਜੀ, ਜਿਨ੍ਹਾਂ ਦੀ ਬਾਬਤ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਜੋ ਇਤਿਹਾਸ ਵਿੱਚ ਅੰਕਿਤ ਨੇ ਕਿ ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਕਹਿੰਦੇ ਇਹ ਤਾਂ ਸਾਡਾ ਜਹਾਜ਼ ਹੀ ਬਣ ਗਿਆ, ਇੰਨੀ ਵੱਡੀ ਮਹਾਨ ਇਹਨਾਂ ਸੇਵਾ ਕੀਤੀ ਹੈ। ਸੇਵਾ ਕੀਤੀ ਭਾਈ ਲਾਲੋ ਨੇ, ਮਹਾਨ ਪਦਵੀ ਦਿੱਤੀ ਮਹਾਰਾਜ ਜੀ ਨੇ। ਭਾਈ ਲਾਲੋ ਜੀ ਦਾ ਤਕਰੀਬਨ 7 ਵਾਰ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਸੇਵਾ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਜੀ। ਬਾਬਾ ਬੁੱਢਾ ਸਾਹਿਬ ਜੀ ਨੇ ਮਹਾਨ ਤੋਂ ਮਹਾਨ ਬ੍ਰਹਮ ਗਿਆਨੀ ਸਿੱਖ ਬਣਾ ਦਿੱਤੇ ਤੇ ਆਪਣੇ ਵਰਗੀ ਹੀ ਉਹਨਾਂ ਦੀ ਪੂਜਾ ਕਰਵਾਈ। ਸੇਵਾ ਕੀਤੀ ਭਾਈ ਲਹਿਣਾ ਜੀ ਨੇ ਤੇ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਅੰਗਾਂ ਦੇ ਨਾਲ ਲਾ ਕੇ ਅੰਗਦ ਬਣਾ ਕੇ ਆਪਣੀ ਥਾਂ 'ਤੇ ਦੂਜੀ ਥਾਂ ਬਿਠਾ ਦਿੱਤਾ, ਗੁਰਤਾ ਗੱਦੀ ਦੇ ਮਾਲਕ ਬਣਾ ਦਿੱਤਾ। ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ। ਉਹਨਾਂ ਦੀ ਮਹਾਨ ਸੇਵਾ ਦੇਖ ਕਰਕੇ ਤੇ ਉਹਨਾਂ ਨੂੰ ਆਪਣੀ ਥਾਂ 'ਤੇ ਬਿਠਾਇਆ। ਸੇਵਾ ਹੀ ਕੀਤੀ ਹੈ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੇ ਉਹਨਾਂ ਦੀ ਮਹਾਨ ਸੇਵਾ ਦੇਖ ਕੇ ਸੰਗਤ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਥਾਂ ਦੇ ਉੱਤੇ ਹੀ ਉਹਨਾਂ ਨੂੰ ਨਿਯੁਕਤ ਕੀਤਾ ਅਤੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਾਏ। ਇਸੇ ਪ੍ਰਕਾਰ ਹੋਰ ਵੀ ਬੇਅੰਤ ਸੰਗਤ ਜੀ ਗੁਰੂ ਸਾਹਿਬਾਨ ਦੀ ਸੇਵਾ ਬੜੀ ਮਹਾਨ। ਗੁਰੂ ਅਰਜਨ ਸਾਹਿਬ ਜੀ ਦੀ ਬੜੀ ਭਾਰੀ ਸੇਵਾ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਮਹਾਰਾਜ ਆਪ ਸੇਵਾ ਕਰਦੇ ਰਹੇ। 7ਵੇਂ ਪਾਤਸ਼ਾਹ ਮਹਾਰਾਜ ਜੀ ਆਪ ਰੋਗੀਆਂ ਦੀ ਸੇਵਾ ਕਰਦੇ ਰਹੇ। 8ਵੇਂ ਪਾਤਸ਼ਾਹ ਜੀ ਵੀ, 9ਵੇਂ ਪਾਤਸ਼ਾਹ ਜੀ ਦੀ ਬੜੀ ਮਹਾਨ ਸੇਵਾ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਜੀ ਵੀ ਗੁਰੂ ਸਾਹਿਬ ਆਪ ਸੇਵਾ ਕਰਦੇ ਰਹੇ ਤੇ ਗੁਰੂ ਘਰ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਸੇਵਾਵਾਂ ਕੀਤੀਆਂ ਉਹਨਾਂ ਨੇ ਸੰਗਤ ਦੀ ਬੜੀਆਂ ਬੜੀਆਂ ਮਹਾਨ ਪਦਵੀਆਂ ਪਾਈਆਂ। ਚਾਹੇ ਉਹ ਅਨੇਕਾਂ ਤਰ੍ਹਾਂ ਕਰਕੇ ਉਹਨਾਂ ਗੁਰਸਿੱਖਾਂ ਦੇ ਨਾਮ ਆਉਂਦੇ ਹੈ। ਸਤਿਗੁਰੂ ਜੀ ਦੇ ਪਾਵਨ ਬਚਨ ਆਪਾਂ ਸੁਣਦੇ ਹਾਂ। ਪਾਛੰ ਕਰੋਧ ਅਗਰਣੀਵ ਹੈ, ਨਿਰਾਸੰ ਆਸ ਪੂਰਨ ਹੈ, ਨਿਰਧਨ ਭਯੰ ਤਨਵੰਤ ਹੈ, ਰੋਗੀਆਂ ਰੋਗ ਖੰਡਨ ਹੈ, ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭਿਅਤੇ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਬੋਲ ਸਹਿਜ ਸਮ੍ਰਿਤੀ ਦੀ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ, ਗੁਰਸਿੱਖੋ ਆ ਸਾਡਾ ਬਚਨ ਸੁਣੋ, ਗੁਰ ਸੇਵਾ ਕਿੰਗ ਨਾ ਲੱਭਿਅਤੇ। ਕੀ ਨਹੀਂ ਲੱਭਦਾ ਗੁਰੂ ਦੀ ਸੇਵਾ ਕਰਕੇ? ਕੀ ਲੱਭਦਾ? ਮਹਾਰਾਜ ਕਹਿੰਦੇ ਪਾਛੰ ਕਰੋਧ ਅਗਰਣੀਵ ਹੈ। ਜਿਹੜੇ ਪਿੱਛੇ ਸਨ ਜਿਨ੍ਹਾਂ ਨੇ ਸੇਵਾ ਕੀਤੀ ਮਹਾਰਾਜ ਨੇ ਉਹਨਾਂ ਨੂੰ ਅੱਗੇ ਕਰ ਦਿੱਤਾ, ਇਹੋ ਜਿਹੇ ਮਹਾਨ ਬਣਾ ਦਿੱਤਾ, ਉਹਨਾਂ ਨੂੰ ਪੂਜਨਯੋਗ ਬਣਾ ਦਿੱਤਾ। ਤੇ ਨਿਰਾਸਨ ਆਸ ਪੂਰਨ ਹੈ। ਜਿਹੜੇ ਨਿਰਾਸ਼ੇ ਸਨ, ਜਿਨ੍ਹਾਂ ਦੀ ਕਿਤੇ ਆਸਾ ਹੀ ਨਹੀਂ ਪੂਰੀ ਹੁੰਦੀ ਸੀ ਤੇ ਜਿਨ੍ਹਾਂ ਨੇ ਆ ਕੇ ਗੁਰੂ ਦੀ ਸੇਵਾ ਕੀਤੀ ਤੇ ਮਹਾਰਾਜ ਨੇ ਉਹਨਾਂ ਦੀਆਂ ਸਾਰੀਆਂ ਆਸਾਂ ਵੀ ਸੰਗਤ ਦੀ ਪੂਰੀਆਂ ਕੀਤੀਆਂ। ਨਿਰਧਨ ਭਯੰ ਤਨਵੰਤ ਹੈ। ਜਿਹੜੇ ਕੰਗਾਲ ਸਨ, ਧਨ ਕੋਈ ਨਹੀਂ ਸੀ, ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹੋ ਜਿਹੀ ਸੇਵਾ ਵੇਖ ਕੇ ਤੇ ਇਹੋ ਜਿਹੀ ਕਿਰਪਾ ਕੀਤੀ ਕਿ ਉਹ ਬੜੇ ਬੜੇ ਵੱਡੇ ਧਨਵਾਨ ਬਣਾ ਕੇ ਰੱਖ ਦਿੱਤੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇੱਕ ਬੱਚੇ ਨੇ ਸੇਵਾ ਕੀਤੀ ਸੀ। ਮਹਾਰਾਜ ਨੂੰ ਸੰਗਤ ਜੀ ਇਹ ਛੋਲੇ ਜਿਹੜੇ ਸੀ ਉਹ ਭੁੰਨ ਕਰਕੇ ਛਕਾਏ ਸੀ, ਹੋਲਾਂ ਬਣਾ ਕਰਕੇ। ਬੱਚੇ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਬਿਠਾਇਆ। ਬੱਚਾ ਉੱਠ ਕੇ ਚੱਲਿਆ ਮਹਾਰਾਜ ਜੀ ਦੇ ਕੋਲੋਂ। ਰਾਤ ਨੂੰ ਕਹਿਣ ਲੱਗਾ, ਮਹਾਰਾਜ ਤੁਹਾਡੇ ਵਾਸਤੇ ਕੋਈ ਪ੍ਰਬੰਧ ਕਰਾਂ, ਸੌਣ ਦਾ ਮੰਜਾ ਬਿਸਤਰਾ ਕੋਈ ਲੈ ਕੇ ਆਵਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਪੁੱਤਰ, ਆ ਜਿਹੜਾ ਤੂੰ ਸਾਨੂੰ ਘਾਹ ਵਿਛਾ ਕੇ ਦਿੱਤਾ ਏ, ਇਹ ਹੀ ਸਾਡੇ ਵਾਸਤੇ ਬੜੀ ਸੋਹਣੀ ਤਲਾਈ ਤੇ ਰਜਾਈ ਹੈ। ਤੇ ਜਿਹੜਾ ਤੂੰ ਸਾਡੇ ਨਾਲ ਬੜਾ ਪ੍ਰੇਮ ਕੀਤਾ, ਇਹ ਹੀ ਸਾਡੇ ਵਾਸਤੇ ਭੋਜਨ ਹੈ। ਇਸ ਕਰਕੇ ਤੂੰ ਤਾਂ ਸ਼ਾਹੂਕਾਰ ਹੈ, ਰਾਜਾ ਹੈ,
ਚੱਕਰਵਰਤੀ ਬਾਦਸ਼ਾਹ ਸਾਡੇ ਪਾਸ ਬਹਿ, ਅਸੀਂ ਰੱਬ ਦੀ ਬੰਦਗੀ ਕਰੀਏ। ਵਚਨ ਆਉਂਦੇ ਆ ਜਿਵੇਂ ਕਿ ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਸਤਿਗੁਰੂ ਜੀ ਨੇ ਬੱਚੇ ਨੂੰ ਕਿਹਾ ਕਿ ਇਹ ਬਾਦਸ਼ਾਹ ਤੂੰ ਆ ਸਾਡੇ ਕੋਲ ਬਹਿ। ਬੱਚਾ ਬੜਾ ਹੈਰਾਨ, ਭਾਈ ਬਾਲਾ ਤੇ ਮਰਦਾਨਾ ਜੀ ਬੜੇ ਹੈਰਾਨ ਹੋਏ, ਹੈਰਾਨੀ ਪ੍ਰਗਟ ਕੀਤੀ ਕਿ ਮਹਾਰਾਜ ਨੇ ਇਹਨੂੰ ਬਾਦਸ਼ਾਹ ਕਿਵੇਂ ਕਹਿ ਦਿੱਤਾ ਹੈ। ਤੇ ਕੀ ਹੋਇਆ ਸੰਗਤ ਜੀ, ਉਸੇ ਰਾਤ ਉਸ ਨਗਰ ਦਾ ਰਾਜਾ ਚੜ੍ਹਾਈ ਕਰਕੇ ਆ, ਜਿਹਦੀ ਔਲਾਦ ਕੋਈ ਨਹੀਂ ਸੀ। ਵਜ਼ੀਰ ਗੱਦੀ ਤੇ ਬੈਠ ਨਹੀਂ ਸਕਦੇ ਸਨ। ਉਹਨਾਂ ਨੇ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖ ਕੇ ਇਹ ਕਹਿ ਦਿੱਤਾ ਕਿ ਆਪਣੇ ਕਿਲੇ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ, ਤੇ ਜਿਹੜਾ ਵੀ ਪੂਰਬ ਵਾਲੇ ਪਾਸਿਓਂ ਸਵੇਰੇ ਦਰਵਾਜ਼ਾ ਖੋਲ੍ਹਦਿਆਂ ਸਾਰ ਹੀ ਪਹਿਲਾਂ ਆਵੇ, ਉਹਨੂੰ ਪ੍ਰਮਾਤਮਾ ਵੱਲੋਂ ਭੇਜਿਆ ਹੋਇਆ ਰਾਜਾ ਜਾਣ ਕੇ ਉਹਨੂੰ ਰਾਜਗੱਦੀ ਤੇ ਬਿਠਾ ਦੇਣਾ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਬੱਚੇ ਨੂੰ ਕਿਹਾ ਕਿ ਜਾਓ ਬੱਚਾ, ਹੁਣ ਆਪਣੇ ਘਰ ਨੂੰ ਚਲੇ ਜਾਓ। ਤੇ ਬੱਚਾ ਸੰਗਤ ਜੀ ਆਪਣੇ ਘਰ ਨੂੰ ਆਇਆ। ਅਜੇ ਦਰਵਾਜ਼ੇ ਲਾਗੇ ਪਹੁੰਚਿਆ ਕਿ ਵਜ਼ੀਰਾਂ ਦਰਵਾਜ਼ਾ ਖੋਲ੍ਹਿਆ ਤੇ ਬੱਚੇ ਨੂੰ ਪ੍ਰਮਾਤਮਾ ਵੱਲੋਂ ਭੇਜਿਆ ਦੇਖ ਕਰਕੇ ਤੇ ਉਹਨੂੰ ਰਾਜਗੱਦੀ ਦੇ ਦਿੱਤੀ। ਤੋ ਇਹਦਾ ਨਿਰਤਨ ਭਯੰ ਧਨਵੰਤ ਹੈ। ਜਿਹੜੇ ਸੰਗਤ ਜੀ ਕੰਗਲੇ ਸਨ, ਜਿਨ੍ਹਾਂ ਦੇ ਕੋਲ ਹੈ ਕੁਝ ਨਹੀਂ ਸੀ, ਜੇ ਉਹਨਾਂ ਨੇ ਬੜੇ ਚਾਅ ਨਾਲ ਗੁਰੂ ਦੀ ਸੇਵਾ ਕੀਤੀ ਤੇ ਉਹਨਾਂ ਨੂੰ ਧਨਵਾਨ ਬਣਾ ਦਿੱਤਾ। ਫਿਰ ਇਸੇ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਆ ਪਾਰ ਬ੍ਰਹਮ ਪੁਰਖ ਦਾਤਾਰ, ਰੋਗੀਆਂ ਦੇ ਰੋਗ ਖੰਡਣੇ, ਰੋਗੀਆਂ ਦੇ ਰੋਗ ਵੀ ਦੂਰ ਕੀਤੇ ਮਹਾਰਾਜ ਨੇ। ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ ਤੇ। ਸਤਿਗੁਰੂ ਜੀ ਕਹਿੰਦੇ ਗੁਰੂ ਦੀ ਸੇਵਾ ਕਰਕੇ ਭਾਈ ਕੀ ਨਹੀਂ ਲੱਭਦਾ, ਸਾਰਾ ਕੁਝ ਲੱਭ ਜਾਂਦਾ ਹੈ। ਤੋ ਆਓ ਸੰਗਤ ਜੀ, ਅੱਜ ਬੜੇ ਪਿਆਰ ਵਾਲੇ ਗੁਰਸਿੱਖ ਹੈ ਭਾਈ ਮੀਹਾਂ ਜੀ ਹੋਏ ਹੈ, ਨਾਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਨੇ, ਤੇ ਕਿਵੇਂ ਉਹਨਾਂ ਨੇ ਘਾਲ ਕਮਾਈ ਹੈ, ਸੇਵਾ ਕੀਤੀ ਹੈ। ਉਹਨਾਂ ਦੇ ਪਵਿੱਤਰ ਜੀਵਨ ਦੇ ਵਿੱਚੋਂ ਆਪਾਂ ਵੀ ਸੇਵਾ ਕਰਨ ਦੀ ਕੁਝ ਜਾਚ ਸਿੱਖੀਏ। ਸਾਡੇ ਮਨ ਵਿੱਚ ਵੀ ਸੇਵਾ ਕਰਨ ਦਾ ਕਿਤੇ ਚਾਅ ਲੱਗੇ। ਜਿਹੜੀ ਕਿ ਸੰਗਤ ਜੀ ਉਹ ਸੇਵਾ ਵਾਲੀ ਜਿਹੜੀ ਬਿਰਤੀ ਹੈ ਹੁਣ ਤਕਰੀਬਨ ਅਲੋਪ ਹੁੰਦੀ ਜਾ ਰਹੀ ਹੈ। ਆਪਾਂ ਦੇਖਿਆ ਹੋਵੇਗਾ ਸੰਗਤ ਜੀ, ਆਪ ਸਿਆਣੇ ਬਜ਼ੁਰਗ ਬੈਠੇ ਹੋ, ਅੱਜ ਤੋਂ ਕੋਈ 25 30 35 ਸਾਲ ਪਹਿਲਾਂ ਜਦੋਂ ਗੁਰੂ ਘਰਾਂ ਦੇ ਵਿੱਚ ਸੇਵਾ ਹੁੰਦੀਆਂ, ਕਿਤੇ ਗੁਰਦੁਆਰੇ ਦੀ ਇਮਾਰਤ ਬਣਨੀ, ਬਾਲਣ ਲੈ ਕੇ ਆਉਣਾ, ਲੰਗਰ ਪੱਕਣੇ, ਤੇ ਕਿੰਨੇ ਚਾਅ ਦੇ ਨਾਲ ਮਾਈ ਭਾਈ ਆਇਆ ਕਰਦੇ ਸਾਰੇ। ਤੇ ਹੁਣ ਆਪਾਂ ਦੇਖਦੇ ਹਾਂ ਕਿ ਜਿਉਂ-ਜਿਉਂ ਜ਼ਮਾਨੇ ਨੇ ਤਰੱਕੀ ਕੀਤੀ ਹੈ ਨਾ, ਉਹ ਜਿਹੜਾ ਚਾਅ ਸੀ ਕਿਤੇ ਨਾ ਕਿਤੇ ਸਾਡੇ ਅੰਦਰੋਂ ਖੜ ਚੁੱਕਾ ਹੈ। ਹੋਰ ਵੀ ਅਨੇਕਾਂ ਕਾਰਨ ਹੋ ਸਕਦੇ ਉਹਦੇ, ਅਨੇਕਾਂ ਤਰ੍ਹਾਂ ਕਰਕੇ ਵੀ ਉਹਨਾਂ ਚਾਅ ਨਹੀਂ ਰਹਿ ਗਿਆ ਹੁਣ ਸੇਵਾ ਦਾ। ਆਪਾਂ ਦੇਖਿਆ ਹੋਵੇਗਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਕਿੰਨੀ ਤਬਦੀਲੀ ਤਕਰੀਬਨ ਆ ਚੁੱਕੀ ਹੈ। ਪਰ ਗੁਰੂ ਘਰ ਦੇ ਵਿੱਚ ਸੇਵਾ ਬੜੀ ਮਹਾਨ ਹੈ। ਜਿਨ੍ਹਾਂ ਨੇ ਮਹਾਨ ਸੇਵਾਵਾਂ ਕੀਤੀਆਂ ਉਹਨਾਂ ਨੇ ਮਹਾਨ ਰੁਤਬੇ ਹਾਸਲ ਕੀਤੇ ਹੈ। ਉਹਨਾਂ ਮਹਾਨ ਰੁਤਬਿਆਂ ਦੇ ਵਿੱਚੋਂ ਰੁਤਬਾ ਹਾਸਲ ਕਰਨ ਵਾਲੇ ਮਹਾਨ ਸੇਵਾਦਾਰ ਭਾਈ ਮੀਹਾਂ ਜੀ, ਉਹਨਾਂ ਦੇ ਪਵਿੱਤਰ ਜੀਵਨ ਦੀ ਸਾਖੀ ਸੁਣੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ, ਰਹੇ ਗ੍ਰਾਮ ਤਨ ਧਾਨ ਟੇਕ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਇਹਦਾ ਉੱਥੇ ਤਰਨ ਸਾਹਿਬ ਜਿਹੜਾ ਸੰਗਤ ਜੀ ਸਥਾਨ ਪੈਂਦਾ ਹੈ, ਉੱਥੇ ਨੇੜੇ ਰਿਹਾ ਕਰਦੇ। ਨੇਤੀ ਸੱਚੇ ਪਾਤਸ਼ਾਹ ਜੀ ਬਾਹਰ ਸ਼ਿਕਾਰ ਖੇਡਣ ਵਾਸਤੇ ਵੀ ਜਾਇਆ ਕਰਦੇ। ਪੁਰਾਣੇ ਗੁਰਸਿੱਖਾਂ ਵਿੱਚ ਸੰਗਤ ਜੀ ਇਹ ਵਿਚਾਰ ਸੀ, ਜਦੋਂ ਕਿਤੇ ਘੋੜਿਆਂ ਤੇ ਗੱਡਿਆਂ ਤੇ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਵਾਸਤੇ ਜਾਂਦੇ ਹੁੰਦੇ ਸੀ ਨਾ ਪੰਜਾਬ ਦੇ ਵਿੱਚੋਂ ਸੰਗਤਾਂ, ਤੇ ਉਹਨਾਂ ਸਮਿਆਂ ਦੇ ਵਿੱਚ ਜਿਵੇਂ ਟਰੱਕਾਂ ਤੇ ਜਾਣੀਆਂ ਜਾਂ ਬੱਸਾਂ ਤੇ ਸੰਗਤ ਜਾਂਦੀ ਹੁੰਦੀ ਸੀ ਆਪਣੇ ਤੌਰ 'ਤੇ, ਰੇਲ ਗੱਡੀਆਂ ਨਹੀਂ ਸੀ ਸਿੱਧੀਆਂ ਹਜ਼ੂਰ ਸਾਹਿਬ ਨੂੰ ਜਾਂਦੀਆਂ। ਤੇ ਉਹਨਾਂ ਸਮਿਆਂ ਦੇ ਵਿੱਚ ਫਿਰ ਸੰਗਤ ਜਦੋਂ ਜਾਂਦੀ ਸੀ ਧਮਧਾਨ ਸਾਹਿਬ ਥਾਣੀ ਹੋ ਕੇ ਜਾਇਆ ਕਰਦੀ ਸੀ। ਤੇ ਪੁਰਾਣੇ ਗੁਰਸਿੱਖ ਕਿਹਾ ਕਰਦੇ ਕਿ ਹਜ਼ੂਰ ਸਾਹਿਬ ਦੀ ਇਹ ਡਿਊਟੀ ਹੈ। ਜਿਵੇਂ ਹਰਿਮੰਦਰ ਸਾਹਿਬ ਜਾਣ ਦੇ ਲਈ ਡਿਊਟੀ ਦੇ ਰਾਹੀਂ ਲੰਘਣਾ ਪੈਂਦਾ ਨਾ ਅੰਦਰ ਨੂੰ, ਤੇ ਡਿਊਟੀ ਵਿੱਚੋਂ ਦੀ ਲੰਘਦੇ ਤੇ ਫਿਰ ਅੰਦਰ ਪ੍ਰਵੇਸ਼ ਹੁੰਦੇ ਹੈ। ਕਹਿੰਦੇ ਇੱਦਾਂ ਹੀ ਜਿਹੜਾ ਧਮਧਾਨ ਸਾਹਿਬ ਹੈ, ਇਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਡਿਊਟੀ ਹੈ। ਇੱਥੋਂ ਪ੍ਰਵੇਸ਼ ਹੋ ਕਰਕੇ ਤੇ ਫਿਰ ਕਹਿੰਦੇ ਯਾਤਰਾ ਸਾਡੀ ਸਫਲ ਹੁੰਦੀ। ਤੇ ਪੁਰਾਣੇ ਸਮੇਂ ਗੁਰਸਿੱਖ ਜਿਹੜੇ ਯਾਤਰਾ ਕਰਿਆ ਕਰਦੇ ਸਨ, ਤੇ ਉਹ ਧਮਧਾਨ ਸਾਹਿਬ ਦੀ ਜ਼ਰੂਰ ਯਾਤਰਾ ਕਰਿਆ ਕਰਦੇ ਸੀ। ਇੱਥੋਂ ਯਾਤਰਾ ਕਰਕੇ ਸਾਡੀ ਯਾਤਰਾ ਸਫਲ ਹੋ ਗਈ। ਇਹ ਸਾ ਉਹਨਾਂ ਦੇ ਮਨਾਂ ਵਿੱਚ ਵਿਚਾਰ ਸੀ। ਬੜਾ ਮਹਾਨ ਸੰਗਤ ਜੀ ਸਥਾਨ ਹੈ ਧਮਧਾਨ ਸਾਹਿਬ ਦੇ ਵਿੱਚ, ਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਰਿਹਾ ਕਰਦੇ ਹੈ। ਉੱਥੇ ਰਹਿ ਕਰਕੇ ਸਤਿਗੁਰੂ ਜੀ ਬਾਹਰ ਜੰਗਲ ਵਾਲੇ ਪਾਸੇ ਵੀ ਜਾਇਆ ਕਰਦੇ, ਜੀਵਾਂ ਦੀ ਕਲਿਆਣ ਕਰਦੇ।
ਉੱਥੇ ਅਨੇਕਾਂ ਜੀਵਾਂ ਨੂੰ ਮਹਾਰਾਜ ਜੀ ਨਿਹਾਲੋ ਨਿਹਾਲ ਕਰਦੇ ਹਨ। ਆਵਹਿ ਨਰ ਸਮੁਦਾਇ ਬਹੁਤ ਸਾਰੇ ਮਨੁੱਖ ਮਹਾਰਾਜ ਜੀ ਦੇ ਕੋਲੇ ਇਕੱਠੇ ਹੋ ਕੇ ਆਉਂਦੇ ਹਨ। ਚੌਪਈ ਮਾਤ ਨਾਨਕੀ ਸਾਥ ਰਹਿਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਾਤਾ ਨਾਨਕੀ ਜੀ ਉਹ ਵੀ ਮਹਾਰਾਜ ਜੀ ਦੇ ਨਾਲ ਹੀ ਰਹਿੰਦੇ ਨੇ। ਸ੍ਰੀ ਗੁਜਰੀ ਨਿਜ ਦੁਖਾ ਸਹਿਤ ਹੈ। ਹਾਂ, ਫਿਰ ਨਾਲ ਕਹਿੰਦੇ ਸ੍ਰੀ ਗੁਜਰੀ ਜੀ ਆਪਣੀ ਨੌਂ ਵੀ ਨਾਲ ਹੀ ਰੱਖੀ ਹੋਈ ਹੈ ਮਾਤਾ ਜੀ ਨੇ। ਬਹੁਤ ਦਿਵਸ ਡੇਰਾ ਤਹਿ ਰਹੇ। ਬਹੁਤ ਸਮਾਂ ਕਹਿੰਦੇ ਸਤਿਗੁਰੂ ਜੀ ਦਾ ਉਹ ਧਮਧਾਨ ਸਾਹਿਬ ਦੇ ਵਿੱਚ ਡੇਰਾ ਰਿਹਾ ਹੈ। ਉੱਥੇ ਇਤਿਹਾਸ ਜੋ ਸੰਗਤ ਜੀ ਲਿਖਿਆ ਹੋਇਆ ਹੈ, ਉੱਥੇ ਲਿਖਿਆ ਕਿ ਤਕਰੀਬਨ 9 ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧਮਧਾਨ ਸਾਹਿਬ ਰਹੇ ਹੈ। ਤੋ ਇਹਦਾ ਬਹੁਤ ਸਮਾਂ ਉੱਥੇ ਬਿਰਾਜੇ ਹਨ। ਮੰਗਲ ਨਿਤ ਅਨੰਦਪੁਰ ਰਹੇ। ਉੱਥੇ ਨੇਤੀ ਸੰਗਤ ਜੀ ਬੜੀਆਂ ਖੁਸ਼ੀਆਂ ਤੇ ਬੜੇ ਆਨੰਦ ਖੇੜੇ ਹੁੰਦੇ। ਨੰਦ ਲਾਲ ਸੋਹਣੇ ਕੋ ਨੰਦ। ਉੱਥੇ ਸੰਗਤ ਜੀ ਇੱਕ ਭਾਈ ਸੋਹਣਾ ਜੀ ਸਨ, ਉਹਨਾਂ ਦੇ ਪੁੱਤਰ ਦਾ ਨਾਮ ਭਾਈ ਨੰਦ ਲਾਲ ਸੀ। ਗੁਰ ਗ੍ਰਹਿ ਸੇਵਾ ਲਗੇ ਬਿਰੰਦ। ਉਹ ਵੀ ਗੁਰੂ ਘਰ ਦੇ ਵਿੱਚ ਬੜੀ ਭਾਰੀ ਸੇਵਾ ਦੇ ਵਾਸਤੇ ਲੱਗਿਆ। ਮੋਹਾ ਨਾਮ ਕਿਸੀ ਕੋ ਹੈ। ਮੇਹਾ ਨਾਮ ਕਹਿੰਦੇ ਉਸੇ ਨੰਦ ਲਾਲ ਦਾ ਨਾਮ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੇਹਾ ਰੱਖ ਦਿੱਤਾ ਸੀ। ਉਹ ਅੱਗੇ ਸੰਗਤ ਦੀ ਸਾਖੀ ਆ ਰਹੀ ਹੈ ਵੀ ਕਿਵੇਂ ਇਹ ਨੰਦ ਲਾਲ ਜੀ ਦਾ ਨਾਮ ਭਾਈ ਮੀਹਾ ਪੈ ਗਿਆ ਸੀ, ਕਿਉਂਕਿ ਸੰਗਤ ਦੇ ਵਿੱਚ ਜਲ ਢੋਣ ਦੀ ਸੇਵਾ ਕਰਿਆ ਕਰਦੇ ਸੀ। ਇੰਨਾ ਜਲ ਢੋਂਦੇ ਮਾਨੋ ਵਰਖਾ ਹੀ ਕਰ ਦਿੰਦੇ, ਤੋ ਮੀਂਹ ਪਾ ਦਿੰਦੇ। ਤੇ ਇਹ ਦੇਖ ਕੇ ਫਿਰ ਮਹਾਰਾਜ ਜੀ ਕਹਿਣ ਲੱਗੇ ਸਾਡਾ ਮੀਂਹਾਂ ਹੀ ਸਿੱਖ ਹੈ, ਇਹ ਮੀਂਹ ਪਾ ਦਿੰਦਾ। ਇੱਦਾਂ ਫਿਰ ਸੰਗਤ ਜੀ ਉਹਨਾਂ ਦਾ ਨਾਮ ਭਾਈ ਮੀਹਾਂ ਕਰਕੇ ਹੀ ਜਾਂ ਮੇਹਾਂ ਕਰਕੇ ਹੀ ਸਿੱਖ ਪੰਥ ਵਿੱਚ ਪ੍ਰਸਿੱਧ ਹੋਇਆ। ਸੇਵਾ ਅਧਿਕ ਸੇਵ ਤੋ ਰਹਿ। ਜੋ ਬਹੁਤ ਹੀ ਪਿਆਰ ਦੇ ਨਾਲ ਬਹੁਤ ਵੱਧ ਚੜ ਕੇ ਅੱਗੇ ਤੋਂ ਅੱਗੇ ਹੋ ਕੇ ਸੇਵਾ ਕਰਦਾ ਰਹਿੰਦਾ। ਤਹਿ ਜਲ ਹੋਰ ਹੁਤੋ ਦੂਰ ਤੇ ਜਾਵਨ। ਉੱਥੇ ਧਮਧਾਨ ਦੇ ਵਿੱਚ ਸੰਗਤ ਜੀ ਉਸ ਸਮੇਂ ਪਾਣੀ ਦਾ ਕੋਈ ਜ਼ਿਆਦਾ ਪ੍ਰਬੰਧ ਨਹੀਂ ਸੀ, ਤੇ ਫਿਰ ਦੂਰ ਜਾ ਕੇ ਜਿੱਥੇ ਕਿਤੇ ਖੂਹ ਸੀ ਜਾਂ ਕੋਈ ਨਦੀ ਦਰਿਆ ਪੈਂਦਾ ਸੀ ਤੇ ਉੱਥੋਂ ਜਾ ਕੇ ਪਾਣੀ ਲਿਆਇਆ ਕਰਦੇ। ਸਿਰ ਧਰ ਧੋਵਤ ਚਹਿ ਮਨ ਪਾਵਨ। ਇਹਦਾ ਕਹਿੰਦੇ ਸੰਗਤ ਜੀ ਆਪਣੇ ਮਨ ਨੂੰ ਪਵਿੱਤਰ ਕਰਨ ਦੇ ਵਾਸਤੇ ਗਾਗਰ ਭਰ ਕੇ ਪਾਣੀ ਦੀ ਸਿਰ ਤੇ ਰੱਖ ਕੇ ਢੋਇਆ ਕਰਦੇ। ਭਗਤ ਭਾਉ ਮੈਂ ਰੰਗਿਓ ਮਨ ਕੋ। ਤੇ ਉਸ ਭਾਈ ਮੀਹੇ ਨੇ ਆਪਣੇ ਮਨ ਨੂੰ ਪ੍ਰਮਾਤਮਾ ਦੀ ਗੁਰੂ ਦੀ ਪ੍ਰੇਮਾ ਭਗਤੀ ਦੇ ਵਿੱਚ ਰੰਗ ਹੀ ਲਿਆ। ਨਹਿ ਸੁਖ ਠਾਨਤ ਹੈ ਕਬ ਤੈ ਤਨ ਕੋ। ਇੰਨੀ ਸੰਗਤ ਦੀ ਸੇਵਾ ਕਰਦਾ ਕਿ ਆਪਣੇ ਸਰੀਰ ਦਾ ਸੁੱਖ ਦੇਖਦਾ ਹੀ ਨਹੀਂ ਹੈ ਕਿ ਇਹਨੂੰ ਕਿਤੇ ਆਰਾਮ ਵੀ ਦੇਣਾ ਹੈ। ਪ੍ਰੇਮ ਵਿਖੈ ਸੇਵਕ ਸਤਿਗੁਰ ਕੋ। ਬੜੇ ਪ੍ਰੇਮ ਦੇ ਵਿੱਚ ਭਿੱਜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦਾ। ਇਹ ਹੀ ਸੰਗਤ ਦੀ ਸੇਵਾ ਦੀ ਸਿਖਰ ਕਹਿ ਲਈਏ ਆਪਾਂ, ਕਿ ਜਿੱਥੇ ਬੜੇ ਪ੍ਰੇਮ ਨਾਲ ਭਿੱਜ ਕਰਕੇ ਸੇਵਾ ਕਰਨੀ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਸੇਵਾ ਕਰਨੀ ਸੰਗਤ ਜੀ, ਮਹਾਰਾਜ ਕਹਿੰਦੇ ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਗੁਰੂ ਪੀਰਾਂ ਦੀ ਸੇਵਾ ਹੈ ਬੜੀ ਕਠਿਨ ਹੈ, ਕਿਉਂਕਿ ਗੁਰੂ ਦੇ ਭਾਣੇ ਵਿੱਚ ਰਹਿਣਾ ਪੈਂਦਾ, ਰਜ਼ਾ ਦੇ ਵਿੱਚ ਰਾਜੀ ਰਹਿਣਾ ਪੈਂਦਾ ਹੈ। ਆਪਣੇ ਜਿਹੜੇ ਸਰੀਰ ਦੇ ਸੁੱਖ ਨੇ ਉਹ ਤਿਆਗਣੇ ਪੈਂਦੇ ਹੈ। ਹੁਣ ਕਹੀਏ ਜੀ ਆਪਾਂ ਸਰੀਰ ਦੀਆਂ ਵੀ ਸਾਰੀਆਂ ਸਹੂਲਤਾਂ ਮਿਲੀ ਜਾਣ ਤੇ ਸੇਵਾ ਦੇ ਵਿੱਚ ਵੀ ਸਭ ਤੋਂ ਮੋਹਰੇ ਸਾਡਾ ਨਾਮ ਲੱਗੇ ਤਾਂ ਫਿਰ ਔਖਾ ਹੈ। ਆਹ ਕੁਝ ਪੈਸਾ ਧੇਲਾ ਦੇ ਕਰਕੇ ਅੱਜ ਚਾਹੇ ਨਾ ਕੋਈ ਅੱਗੇ ਲਿਖਾ ਲਵੇ ਤਾਂ ਲਿਖਾ ਲਵੇ, ਪਰ ਗੁਰੂ ਦੇ ਰਜਿਸਟਰ ਵਿੱਚ ਨਹੀਂ ਉਹਦਾ ਨਾਂ ਸੰਗਤ ਜੀ ਚੜ੍ਹਦਾ ਹੈ। ਤੇ ਗੁਰੂ ਦੇ ਰਜਿਸਟਰ ਵਿੱਚ ਤਾਂ ਉਸੇ ਦਾ ਹੀ ਨਾਂ ਚੜ੍ਹਦਾ ਜਿਹੜਾ ਇੱਦਾਂ ਆਪਣਾ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਜੋ ਗੁਰੂ ਦੀ ਰਜ਼ਾ ਦੇ ਵਿੱਚ ਸੰਗਤ ਜੀ ਆਪਣੇ ਤਨ ਦਾ ਤਾਣ ਮਨ ਦਾ ਮਾਣ ਕੱਟ ਕੇ ਤੇ ਅਰਪਣ ਕਰ ਦਿੰਦਾ ਹੈ। ਤੋ ਇਸ ਤਰ੍ਹਾਂ ਉਹਦੀ ਕੀਤੀ ਹੋਈ ਸੇਵਾ ਸਫਲੀ ਹੈ। ਤੇ ਭਾਈ ਮੀਹਾਂ ਜੀ ਐਸੇ ਸੇਵਾਦਾਰ ਸਨ, ਸੱਚੇ ਸੁੱਚੇ ਮਨ ਦੇ ਵਿੱਚ ਇੰਨਾ ਪ੍ਰੇਮ ਦੇ ਵਿੱਚ ਹੀ ਭਿੱਜੇ ਹੋਏ ਸੇਵਾ ਕਰੀ ਜਾਂਦੇ ਸਨ। ਬਸ ਇਸੇ ਤਰ੍ਹਾਂ ਹੀ ਸੰਗਤ ਜੀ ਉਹਦੇ ਮਨ ਦੇ ਵਿੱਚ ਲਗਨ ਲੱਗ ਗਈ। ਸੇਵਾ ਕਰਨ ਵਾਲੇ ਦੇ ਵਿੱਚ ਇੱਕ ਬੜਾ ਵੱਡਾ ਗੁਣ ਚਾਹੀਦਾ ਹੈ। ਕੀ ਗੁਣ ਹੈ? ਉਹ ਬਹੁਤਾ ਕਿਸੇ ਨਾਲ ਬੋਲੇ ਨਾ। ਇਹ ਭਾਈ ਮੀਹਾਂ ਦੇ ਵਿੱਚ ਗੁਣ ਸੀ। ਕਹਿੰਦੇ ਸੇਵਾ ਕਰਦਾ ਕਰਦਾ ਕਿਸੇ ਦੇ ਨਾਲ ਵੀ ਕਦੀ ਬੋਲਦਾ ਹੀ ਨਹੀਂ ਸੀ, ਕਿਉਂਕਿ ਕਿਸੇ ਨਾਲ ਇੱਕ ਗੱਲ ਕਰਾਂਗੇ ਉਹ ਦੋ ਕਰੂਗਾ, ਫਿਰ ਉਹਦੀ ਇੱਕ ਦਾ ਜਵਾਬ ਦੇਵਾਂਗੇ ਦੋ ਹੋਰ ਕਰੇਗਾ, ਤੇ ਕਰਦਿਆਂ ਕਰਾਉਂਦਿਆਂ ਸੰਗਤ ਜੀ ਕਿੰਨਾ ਸਮਾਂ ਐਂ ਹੀ ਲੰਘ ਜਾਣਾ ਤੇ ਸੇਵਾ ਦਾ ਸਮਾਂ ਖੁੰਝ ਜਾਣਾ ਹੈ। ਇਸ ਕਰਕੇ ਬਹੁਤਾ ਬੋਲਣ ਝੱਖਣ ਹੋਏ
ਬਿਨ ਬੋਲੇ ਜਾਣੇ ਸਭ ਕੋਏ। ਬਹੁਤਾ ਜਿਹੜੀਆਂ ਹੋਰ ਗੱਲਾਂ ਬਾਤਾਂ ਕਰਨੀਆਂ ਨੇ, ਮਾਰ ਕਹਿੰਦੇ ਤਾਂ ਝੱਖਾਂ ਮਾਰਨੀਆਂ ਨੇ, ਗੱਪਾਂ ਹੀ ਮਾਰਨੀਆਂ, ਉਹਦਾ ਕੋਈ ਲਾਭ ਨਹੀਂ ਹੈ। ਇਸ ਕਰਕੇ ਸੇਵਾ ਕਰਦਿਆਂ ਹੋਇਆਂ ਕੋਈ ਬਹੁਤੀ ਗੱਲਬਾਤ ਨਹੀਂ ਕਰਨੀ ਚਾਹੀਦੀ। ਹਾਂ ਕਿਤੇ ਲੋੜ ਪਵੇ ਤੇ ਉਨੇ ਕੁ ਇਸ਼ਾਰੇ ਮਾਤਰ, ਥੋੜੀ ਕੁ ਮਾਤਰ, ਜੀ ਸਬਜ਼ੀ ਭਾਜੀ ਵਿੱਚ ਕਿਸੇ ਨੇ ਲੂਣ ਪਾਇਆ ਕਿ ਨਹੀਂ ਪਾਇਆ, ਉਹ ਤੜਕਾ ਲੱਗ ਗਿਆ ਕਿ ਨਹੀਂ ਲੱਗਿਆ, ਇੰਨੀ ਕੁ ਗੱਲਬਾਤ ਕੋਈ ਪੁੱਛੇ ਤੇ ਇੰਨੀ ਕੀ ਕਰੇ। ਐਵੇਂ ਨਹੀਂ ਸੰਗਤ ਜੀ ਗੱਲਾਂ ਬਾਤਾਂ ਕੋ ਮਾਰਨ ਲੱਗ ਜਾਵੇ। ਦੱਸ ਭਈ ਫਲਾਣੇ ਦਾ ਕੀ ਹਾਲ ਹੈ, ਤੂੰ ਉੱਥੇ ਗਿਆ ਸੀ, ਕੀ ਕੰਮ ਬਣਿਆ ਤੇਰਾ। ਇਹ ਗੱਲਾਂ ਸੰਗਤ ਜੀ ਘਰ ਵਿੱਚ ਚੰਗੀਆਂ ਲੱਗਦੀਆਂ ਨੇ। ਗੁਰੂ ਦੇ ਘਰ ਵਿੱਚ ਜਿੱਥੇ ਲੰਗਰ ਬਣਦਾ ਹੋਵੇ ਖਾਸ ਕਰਕੇ, ਉੱਥੇ ਨਹੀਂ ਇਹ ਗੱਲਾਂ ਚੰਗੀਆਂ ਲੱਗਦੀਆਂ ਹਨ। ਦੂਜੀਆਂ ਗੱਲਾਂ ਤਾਂ ਬਥੇਰਾ ਸਮਾਂ ਹੈ, ਕਿੰਨਾ ਸਮਾਂ ਆਪਾਂ ਘਰਾਂ ਵਿੱਚ ਕਰੀ ਜਾਓ ਗੱਲਾਂ, ਉੱਥੇ ਕਿਹੜਾ ਰੋਕਦਾ। ਪਰ ਗੁਰਦੁਆਰੇ ਦੀ ਆਪਣੀ ਮਾਨ ਮਰਜ਼ਾਦਾ ਹੁੰਦੀ ਹੈ। ਇਸ ਕਰਕੇ ਸੇਵਾ ਦੇ ਵਿੱਚ ਸੰਗਤ ਜੀ ਬੋਲਣਾ ਬੜਾ ਘੱਟ ਚਾਹੀਦਾ। ਦੱਸਦੇ ਕਿ ਭਾਈ ਮੀਹਾਂ ਜੀ ਕਦਾਚਿਤ ਵੀ ਕਿਸੇ ਨਾਲ ਬੋਲਿਆ ਹੀ ਨਹੀਂ ਕਰਦਾ ਸੀ। ਜਿਤੁ ਖਰਚ ਜਤ ਆਨੈ ਸਭ ਜਿੰਨਾ ਪਾਣੀ ਲੰਗਰ ਦੇ ਵਿੱਚ ਵਰਤਿਆ ਜਾਂਦਾ, ਉਹ ਸਾਰਾ ਹੀ ਪਾਣੀ ਲੈ ਕੇ ਆਇਆ ਕਰਦੇ ਵਾਹਿਗੁਰੂ ਸਿਮਰਨ ਔਰ ਕਰਤਾ। ਤੇ ਆਪਣੇ ਮਨ ਦੇ ਵਿੱਚ ਸੰਗਤ ਜੀ ਵਾਹਿਗੁਰੂ 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 ਇੱਦਾਂ ਸਿਮਰਨ ਹੀ ਕਰਦਾ ਰਹਿੰਦਾ ਸੀ। ਇਹ ਹੈ ਨਾ ਅਸਲੀ ਸੇਵਾ। ਇਹ ਗੁਰੂ ਦੀਆਂ ਸਾਖੀਆਂ ਦੇ ਵਿੱਚੋਂ ਸਾਨੂੰ ਪਤਾ ਚੱਲਦਾ ਹੈ ਕਿ ਕਿੱਦਾਂ ਸੇਵਾ ਕਰਨੀ ਚਾਹੀਦੀ ਹੈ। ਕਈ ਦਫਾ ਆਪਾਂ ਆਪਣੀ ਜਿਵੇਂ ਮਨ ਦੇ ਵਿੱਚ ਇੱਛਾ ਹੁੰਦੀ ਹੈ, ਮਰਜ਼ੀ ਹੁੰਦੀ ਹੈ, ਤੇ ਆਪਣੇ ਮਨ ਦੇ ਅੰਦਰ ਇੱਕ ਹਉਮੈ ਬੈਠੀ ਹੋਈ ਹੈ, ਸਾਰਿਆਂ ਦੇ ਅੰਦਰ ਹੀ ਹੁੰਦੀ ਹੈ। ਉਹ ਹਉਮੈ ਕਰਕੇ ਬੰਦਾ ਕਹਿੰਦਾ ਮੈਂ ਆਪਣੇ ਆਪ ਦੇ ਵਿੱਚ ਬੜਾ ਸਿਆਣਾ ਹਾਂ। ਉਹ ਫਿਰ ਦੂਜਾ ਕੋਈ ਬੰਦਾ ਉਹਨੂੰ ਦੱਸਣਾ ਵੀ ਚਾਹਵੇ ਨਾ, ਉਹ ਉਹਨੂੰ ਕਬੂਲ ਹੀ ਨਹੀਂ ਕਰਦਾ, ਮੰਨ ਕੇ ਰਾਜੀ ਨਹੀਂ। ਕਹਿੰਦੇ ਤੂੰ ਜ਼ਿਆਦਾ ਵੱਡਾ ਸੇਵਾਦਾਰ ਆਇਆ, ਸਾਨੂੰ ਪਤਾ ਕਿੱਦਾਂ ਸੇਵਾ ਕਰੀਦੀ ਹੈ, ਸਾਡੀ ਜ਼ਿੰਦਗੀ ਲੰਘ ਗਈ ਹੈ ਸਾਰੀ ਸੇਵਾ ਕਰਦਿਆਂ। ਇੱਦਾਂ ਦੀ ਵੀ ਕਈ ਵਾਰੀ ਗੱਲਬਾਤ ਹੋ ਜਾਂਦੀ ਹੈ। ਪਰ ਨਹੀਂ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਕਦੀ ਵੀ ਕੋਈ ਪੂਰਾ ਨਹੀਂ ਹੁੰਦਾ। ਪੂਰਾ ਕੇਵਲ ਗੁਰੂ ਘਰ ਦੇ ਵਿੱਚ ਗੁਰੂ ਆਪ ਹੀ ਹੈ। ਬਾਕੀ ਤਾਂ ਸੰਗਤ ਜੀ ਕਿਸੇ ਨਾ ਕਿਸੇ ਪੱਖੋਂ ਆਪਾਂ ਅਧੂਰੇ ਰਹਿ ਹੀ ਜਾਂਦੇ ਹਾਂ। ਪੂਰਾ ਕਦੀ ਵੀ ਨਹੀਂ ਕੋਈ ਬੰਦਾ ਬਣ ਸਕਦਾ ਹੈ। ਕਿਸੇ ਨਾ ਕਿਸੇ ਤਰ੍ਹਾਂ ਬੰਦਾ ਅਖੀਰਲੇ ਸਾਹਾਂ 'ਤੇ ਵੀ ਜਾ ਕੇ ਕਈ ਵਾਰੀ ਇਹ ਗੱਲ ਆਖਦਾ ਕਿ ਭਾਈ ਆਹ ਗੱਲ ਤਾਂ ਮੈਨੂੰ ਅੱਜ ਪਤਾ ਲੱਗੀ ਹੈ, ਪਹਿਲਾਂ ਨਹੀਂ ਮੈਨੂੰ ਪਤਾ ਚੱਲਦੀ ਸੀ। ਇੱਦਾਂ ਸੰਗਤ ਜੀ ਬੰਦਾ ਨਹੀਂ ਕਦੇ ਪੂਰਾ ਹੋ ਸਕਦਾ। ਪੂਰਾ ਗੁਰੂ ਤੇ ਪੂਰਾ ਪਰਮੇਸ਼ਰ ਹੀ ਹੈ ਕੇਵਲ। ਤੋ ਇਸ ਕਰਕੇ ਸਾਨੂੰ ਗੁਰੂ ਦੀ ਸੰਗਤ ਵਿੱਚੋਂ ਸਿੱਖਿਆ ਮਿਲਦੀ ਕਿੱਦਾਂ ਸੇਵਾ ਕਰਨੀ। ਪਤਾ ਕੀ ਹੈ, ਕੰਮ ਤਾਂ ਆਪਾਂ ਸੰਗਤ ਜੀ ਉਹ ਕਰਦੇ ਹੀ ਹੈ, ਕਈ ਦਫਾ ਉਹਦਾ ਲਾਭ ਨਹੀਂ ਮਿਲਦਾ ਇੰਨਾ ਜ਼ਿਆਦਾ। ਮਿਹਨਤ ਬਹੁਤੀ ਕਰਦੇ ਕਈ, ਤੇ ਮਿਹਨਤ ਕਰਦਿਆਂ ਉਹਦਾ ਫਲ ਓਨਾ ਨਹੀਂ ਮਿਲਦਾ, ਜਿਹਦੇ ਕਰਕੇ ਕਈ ਦਫਾ ਮਨ ਦੇ ਵਿੱਚ ਬੜਾ ਵਿਰਾਗ, ਬੜੀ ਉਦਾਸੀ ਵੀ ਛਾ ਜਾਂਦੀ ਹੈ ਵੀ ਇੰਨਾ ਚਿਰ ਹੋ ਗਿਆ ਮੈਨੂੰ ਘਾਲਣਾ ਘਾਲਦਿਆਂ। ਜਾਂ ਇੱਦਾਂ ਲਾ ਲਓ ਕੋਈ ਦੁਨਿਆਵੀ ਪੱਖ ਤੋਂ ਸੰਗਤ ਦੀ ਸਮਝੀਏ, ਕੋਈ ਬੰਦਾ ਦੁਨਿਆਵੀ ਪੱਖ ਦੇ ਵਿੱਚ ਕੋਈ ਕਾਰੋਬਾਰ ਕਰਦਾ ਹੈ, ਬੜੀ ਮਿਹਨਤ ਕੀਤੀ ਹੈ, ਜਿਵੇਂ ਆ ਫਸਲ ਬੀਜੀ ਹੈ, ਚੰਗੀ ਮਿਹਨਤ ਦੇ ਨਾਲ ਸੰਗਤ ਜੀ 6 ਮਹੀਨੇ ਜੱਟ ਨੇ ਪੂਰੀ ਆਪਣੀ ਜੀ ਜਾਨ ਲਾ ਕਰਕੇ ਫਸਲ ਨੂੰ ਪਾਲਿਆ, ਤੇ ਜਦੋਂ ਹੁਣ ਵੇਚਣ ਜਾਣਾ ਮੰਡੀ ਵਿੱਚ ਉਹਦਾ ਮੁੱਲ ਨਾ ਪਵੇ ਤੇ ਫਿਰ ਉਹਦਾ ਮਨ ਉਦਾਸ ਹੋ ਜਾਂਦਾ। ਕਹਿੰਦੇ ਵੀ ਇੰਨੀ ਮਿਹਨਤ ਦੇ ਨਾਲ ਫਸਲ ਪਾਲੀ ਹੈ ਤੇ ਹੁਣ ਮੁੱਲ ਉਹਦਾ ਉਹਨਾਂ ਮਿਲ ਨਹੀਂ ਰਿਹਾ ਹੈ। ਇਸੇ ਤਰ੍ਹਾਂ ਜਦੋਂ ਕੋਈ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਹੈ, ਕਈ ਵਾਰੀ ਮਨ 'ਚ ਇਹ ਖਿਆਲ ਆ ਜਾਂਦਾ ਕਿ ਸੇਵਾ ਤਾਂ ਮੈਂ ਬੜੀ ਕੀਤੀ ਹੈ ਪਰ ਉਹਦਾ ਫਲ ਉਹਨਾਂ ਨਹੀਂ ਮਿਲਿਆ। ਉਹਦਾ ਕਾਰਨ ਕੀ ਹੈ ਕਿ ਜਿਸ ਤਰ੍ਹਾਂ ਸੇਵਾ ਕਰਨੀ ਚਾਹੀਦੀ ਸੀ ਨਾ, ਉੱਦਾਂ ਕੀਤੀ ਨਹੀਂ। ਤੇ ਕਈ ਦਫਾ ਜਿਹੜੇ ਸਿਆਣੇ ਹੁੰਦੇ ਹੈ, ਜਿਵੇਂ ਸਕੂਲ 'ਚ ਬੱਚੇ ਪੜ੍ਹਦੇ ਹੈ, ਕਈ ਬੱਚੇ ਸੰਗਤ ਜੀ ਉਹ ਅਧਿਆਪਕ ਦੀ ਘੁੰਡੀ ਨੂੰ ਇੱਦਾਂ ਸਮਝ ਲੈਂਦੇ ਹੈ, ਉਹ ਥੋੜ੍ਹਾ ਜਿਹਾ ਹੀ ਪੜ੍ਹਦੇ ਉਹਨਾਂ ਨੂੰ ਚੇਤੇ ਹੋ ਜਾਂਦਾ। ਤੇ ਕਈ ਬੱਚੇ ਵਿਚਾਰੇ ਰਾਤ ਵੀ ਕਿਤਾਬਾਂ ਨਾਲ ਮੱਥਾ ਮਾਰਦੇ ਰਹਿੰਦੇ, ਪੱਲੇ ਫਿਰ ਕੁਝ ਨਹੀਂ ਪੈਂਦਾ ਉਹਨਾਂ ਦੇ। ਉਹਦਾ ਕਾਰਨ ਕੀ ਕਿ ਜਿਹੜੀ ਜੁਗਤੀ ਸੀ ਉਹ ਨਾ ਸਿੱਖੀ ਨਾ। ਇੱਦਾਂ ਹੀ ਗੁਰੂ ਘਰ ਦੇ ਵਿੱਚ ਗੁਰਮੁਖ ਜਿਹੜੇ ਸੰਗਤ ਜੀ ਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿ ਕੇ ਸੇਵਾ ਕਰਦੇ ਹੈ ਨਾ, ਉਹ ਥੋੜ੍ਹੀ ਸੇਵਾ ਕਰਕੇ ਵੀ ਬਹੁਤਾ ਮਾਣ ਪਾ ਲੈਂਦੇ ਨੇ। ਜੇ ਆਪਾਂ ਗੁਰੂ ਘਰ ਵਿੱਚ ਦੇਖੀਏ ਤਾਂ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਹੈ, ਭਾਈ ਭਗੀਰਥ ਜੀ ਦੀ ਸੇਵਾ ਸੀ, ਭਾਈ ਹੋਰ ਕਿੰਨੇ ਸਨ, ਕਲਿਆਣਾ ਜੀ ਸਨ, ਹੋਰ ਕਿੰਨੇ ਗੁਰਸਿੱਖ ਸੀ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਹਨਾਂ ਸਾਰਿਆਂ ਤੋਂ ਬਾਅਦ ਵਿੱਚ ਆਉਂਦੇ ਹੈ, ਪਰ ਇਹਨਾਂ ਨੇ ਸੇਵਾ ਇਸ ਤਰੀਕੇ ਨਾਲ ਕੀਤੀ ਹੈ, ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ। ਹੁਕਮ ਮੰਨ ਲਿਆ, ਆਪਣਾ ਤਨ ਮਨ ਧਨ ਸਾਰਾ ਸੌਂਪ ਦਿੱਤਾ ਤੇ ਉਹ ਸੇਵਾ ਕੀਤੀ, ਫਿਰ ਗੁਰੂ ਨੂੰ ਭਾ ਗਈ। ਬਸ ਇੱਦਾਂ ਕਈ ਦਫਾ ਸੰਗਤ ਜੀ ਇਹ ਉਮਰ ਦਾ ਕੋਈ ਇਹਦੇ ਵਿੱਚ ਅੰਦਾਜ਼ਾ ਨਹੀਂ ਹੈ ਕਿ ਉਮਰ ਜ਼ਿਆਦਾ ਹੋ ਗਈ ਤੇ ਹੁਣ ਸ਼ਾਇਦ ਸਾਡੀ ਸੇਵਾ ਜ਼ਿਆਦਾ ਹੋਵੇਗੀ।
ਨਹੀਂ ਇੱਥੇ ਤਾਂ ਕੋਈ ਸੰਗਤ ਦੀ ਅੱਜ ਆਇਆ ਤੇ ਅੱਜ ਜਿਹਨੇ ਸੇਵਾ ਕੀਤੀ ਹੈ ਸੱਚੀ ਸੁੱਚੀ ਭਾਵਨਾ ਨਾਲ, ਹੋ ਸਕਦਾ ਉਹ ਸਾਰਿਆਂ ਨਾਲੋਂ ਪਹਿਲੇ ਨੰਬਰ ਤੇ ਕਤਾਰ ਵਿੱਚ ਜਾ ਕੇ ਲੱਗ ਜਾਵੇ। ਤੇ ਜਿਹੜਾ ਕੋਈ ਕਿੰਨੇ ਸਾਲਾਂ ਤੋਂ ਸੇਵਾ ਕਰ ਲਿਆ, ਕੋਈ 20-25 ਸਾਲਾਂ ਤੋਂ, ਹੋ ਸਕਦਾ ਉਹ ਅਜੇ ਕਤਾਰ ਤੱਕ ਪਹੁੰਚਿਆ ਹੀ ਨਾ ਹੋਵੇ। ਇੱਦਾਂ ਵੀ ਕਈ ਵਾਰੀ ਹੋ ਜਾਂਦਾ। ਉਹਦਾ ਕਾਰਨ ਕੀ ਹੈ? ਆਪਣੀ ਨਾ ਸਮਝੀ ਹੈ। ਕਿਉਂਕਿ ਗੁਰੂ ਘਰ ਵਿੱਚ ਆਪਾਂ ਗੁਰੂ ਦੀ ਜਿਹੜੀ ਸਿੱਖੀ ਸੀ, ਸੇਵਾ ਕਰਨ ਦੀਆਂ ਜੁਗਤੀਆਂ ਸਨ, ਉਹ ਸਿੱਖ ਨਾ ਸਕੇ। ਤਾਂ ਇਹ ਗੁਰੂ ਦਾ ਇਤਿਹਾਸ ਸਾਨੂੰ ਸਿਖਾਉਂਦਾ ਹੈ। ਤੋ ਦੱਸਦੇ ਹੈ ਕਿ ਭਾਈ ਉਹ ਸਦਾ ਹੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੀ ਕਰਦਾ ਰਹਿੰਦਾ। ਆਪ ਜਗੀ ਸਰਦਾ ਗੁਰ ਧਰਤਾ। ਚੰਗੇ ਭਾਗ ਜਾਗ ਪਏ ਤੇ ਮਨ ਦੇ ਵਿੱਚ ਗੁਰੂ ਪ੍ਰਤੀ ਬੜੀ ਸ਼ਰਧਾ ਧਾਰਨ ਕਰਕੇ ਰੱਖਦਾ। ਖਾਨ ਪਾਨ ਕਿਛ ਸਹਜੇ ਮਿਲੇ। ਖਾਣ ਪੀਣ ਦੀ ਵੀ ਕੋਈ ਬਹੁਤ ਨਹੀਂ ਇੱਛਾ ਕਰਦਾ ਸੀ ਕਿ ਮੈਨੂੰ ਹੁਣ ਚੰਗੇ ਚੰਗੇ ਪਦਾਰਥ ਮਿਲਣੇ ਚਾਹੀਦੇ ਆ, ਇੰਨਾ ਚਿਰ ਹੋ ਗਿਆ ਮੈਨੂੰ ਸੇਵਾ ਕਰਦਿਆਂ, ਮੈਨੂੰ ਕੋਈ ਚੀਜ਼ ਮਿਲੇ, ਮੈਨੂੰ ਚੀਜ਼ ਮਿਲੇ। ਐਸੀ ਨਹੀਂ ਸੀ ਭਾਈ ਮੀਹੇ ਦੇ ਮਨ ਵਿੱਚ ਇੱਛਾ। ਕਹਿੰਦੇ ਜੋ ਸਹਿਜੇ ਕਿਤੇ ਸੰਗਤ ਜੀ ਮਿਲ ਗਿਆ, ਬਸ ਉਹਨੂੰ ਹੀ ਛਕ ਕੇ ਤੇ ਉੱਥੇ ਹੀ ਸੰਤੋਖ ਧਾਰਨ ਕਰਦੇ। ਆਏ ਅਲਪ ਸੇਵੈ ਗੁਰ ਭਲੇ। ਤੇ ਭੋਜਨ ਬੜਾ ਥੋੜਾ ਖਾਇਆ ਕਰਦੇ ਸੀ। ਕਹਿੰਦੇ ਹੁਣ ਜ਼ਿਆਦਾ ਭੋਜਨ ਛਕ ਲਵਾਂਗੇ ਤਾਂ ਸੰਗਤ ਜੀ ਉਹਨੂੰ ਫਿਰ ਪਚਾਉਣਾ ਵੀ ਔਖਾ ਹੈ ਤੇ ਉਹਨੇ ਸੁਸਤੀ ਵੀ ਪਾਉਣੀ ਹੈ ਸਰੀਰ ਵਿੱਚ। ਤੇ ਜੇ ਸੁਸਤੀ ਪਈ ਰਹਿ ਗਈ ਤੇ ਫਿਰ ਸੇਵਾ ਕਿਵੇਂ ਕਰਾਂਗੇ? ਇਸ ਕਰਕੇ ਮਹਾਰਾਜ ਦੇ ਪਾਵਨ ਬਚਨ ਹੈ ਕਿ ਭੋਜਨ ਛਕਣਾ ਛੱਡਣਾ ਵੀ ਨਹੀਂ ਹੈ, ਪਰ ਕਿੰਨਾ ਕੁ ਅਲਪ ਆਹਾਰ ਸੁਲਭ ਸੀ ਨੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਇਸ ਸ੍ਰੀ ਦਸਮ ਗ੍ਰੰਥ ਅੰਦਰ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ। ਇਸੇ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਵੀ ਇਹ ਗੱਲ ਸੰਗਤ ਜੀ ਸਮਝਾਉਂਦੇ ਹੈ ਕਿ ਥੋੜਾ ਸਵਨਾ ਖਾਵਣਾ, ਗੁਰਮੁਖ ਹਿਰਦੈ ਗਰੀਬੀ ਆਵੈ। ਇਹ ਗੁਰਮੁਖਾਂ ਦਾ ਜੀਵਨ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਬੜੀ ਨਿਮਰਤਾ ਹੁੰਦੀ ਹੈ। ਉਹਨਾਂ ਦਾ ਖਾਣਾ ਵੀ ਥੋੜਾ ਹੈ, ਸੌਣਾ ਵੀ ਥੋੜਾ ਹੈ। ਥੋੜਾ ਖਾਂਦੇ ਹੈ, ਥੋੜਾ ਦੇ ਬਾਅਦ ਜਿੰਨੇ ਕੁ ਨਾਲ ਸਰੀਰ ਨੂੰ ਆਰਾਮ ਮਿਲ ਜਾਵੇ ਉਹਨਾਂ ਕੀ ਸੌਂਦੇ। ਤੇ ਭਾਈ ਮੀਹਾਂ ਜੀ ਇਸੇ ਤਰ੍ਹਾਂ ਸੰਗਤ ਜੀ ਥੋੜਾ ਜਿਹਾ ਭੋਜਨ ਖਾਇਆ ਕਰਦੇ, ਥੋੜਾ ਜਿਹਾ ਸੋਇਆ ਕਰਦੇ ਤੇ ਬੜੇ ਪਿਆਰ ਦੇ ਨਾਲ ਗੁਰੂ ਦੀ ਸੇਵਾ ਕਰਦੇ। ਭੋਜਨ ਕੇ ਸਵਾਦ ਮਹਿ ਧਰੈ। ਕਿਸੇ ਤਰ੍ਹਾਂ ਭੋਜਨ ਦੇ ਵਿੱਚ ਸਵਾਦ ਨਹੀਂ ਧਾਰਨ ਕਰਦੇ ਸਨ। ਮਿਲੈ ਜਥਾ ਸੋ ਖੈਬੋ ਕਰੈ। ਜਿਸ ਤਰ੍ਹਾਂ ਦਾ ਬਣਿਆ ਬਣਾਤਾ ਕੋਈ ਭੋਜਨ ਮਿਲ ਗਿਆ ਹੈ, ਉਹਨੂੰ ਹੀ ਛਕ ਕਰਕੇ ਤੇ ਉਹਦੇ ਵਿੱਚ ਹੀ ਆਨੰਦ ਮਗਨ ਹੁੰਦੇ। ਗਾਗਰ ਕੋ ਸਿਰ ਪਰ ਧਰ ਲਿਆਵੈ। ਸਿਰ ਦੇ ਉੱਤੇ ਸੰਗਤ ਜੀ ਗਾਗਰ ਰੱਖ ਕਰਕੇ ਤੇ ਪਾਣੀ ਦੀ ਭਰ ਕੇ ਲਿਆਇਆ ਕਰਦੇ। ਤੇ ਉਹ ਗਾਗਰ ਜਿਹੜੀ ਭਰ ਕੇ ਲਿਆਉਂਦੇ ਤੇ ਉਹ ਲੰਗਰ ਵਿੱਚ ਦੇ ਦਿੱਤੀ ਤੇ ਦੂਜੀ ਗਾਗਰ ਚੱਕੀ ਸਿਰ ਤੇ ਰੱਖੀ ਤੇ ਹੋਰ ਭਰਨ ਵਾਸਤੇ ਤੁਰ ਪਏ। ਤੇ ਕਦਾਚਿਤ ਵੀ ਕਹਿੰਦੇ ਲੰਗਰ ਦੇ ਵਿੱਚ ਪਾਣੀ ਦਾ ਟੋਟਾ ਹੁੰਦਾ ਹੀ ਨਹੀਂ ਪਾਉਂਦਾ ਸੀ, ਪਾਣੀ ਦਾ ਘਾਟਾ ਹੀ ਨਹੀਂ ਪੈਣ ਦਿੰਦੇ ਸਨ। ਚਾਹੇ ਕਹਿੰਦੇ ਰਾਤ ਦੇ ਵਿੱਚ ਬੜਾ ਹਨੇਰਾ ਕਿਉਂ ਨਾ ਹੋਵੇ, ਤਦ ਵੀ ਸੰਗਤ ਜੀ ਉਹ ਜਲ ਭਰ ਕੇ ਲੈ ਆਉਂਦੇ। ਇਹਦਾ ਇੱਕ ਸੇਵਾ ਦੇ ਵਿੱਚ ਹੀ ਉਹਨਾਂ ਦੇ ਮਨ ਦੀ ਬੜੀ ਇੱਛਾ ਲੱਗੀ ਹੋਈ ਸੀ। ਹੋਰ ਕਿਸੇ ਤਰ੍ਹਾਂ ਦੀ ਕਹਿੰਦੇ ਉਹਨਾਂ ਨੇ ਆਪਣੇ ਮਨ ਵਿੱਚ ਹੋਰ ਇੱਛਾ ਨਹੀਂ ਧਾਰਨ ਕੀਤੀ ਕੋਈ। ਹੁਣ ਦੇਖੋ ਸੇਵਾ ਕਰਦਿਆਂ ਕਰਦਿਆਂ ਹੋਇਆ ਕਿ ਸੰਗਤ ਜੀ ਸਿਰ ਵਿੱਚ ਗਾਗਰ ਰੱਖਣੀ। ਗਾਗਰ ਹੁਣ ਪਿੱਤਲਾਂ ਦੀ ਗਾਗਰਾਂ ਹੁੰਦੀਆਂ ਸੀ ਪੁਰਾਣੇ ਸਮੇਂ, ਤੇ ਸਾਡੇ ਉਧਰ ਸੰਗਤ ਨੂੰ ਡੋਣਾ ਕਹਿ ਦਿੰਦੇ ਹੈ। ਤੇ ਉਹ ਗਾਗਰ ਜਿਹੜੀ ਭਰ ਕੇ ਤੇ ਜਦੋਂ ਸਿਰ ਤੇ ਰੱਖਣੀ ਤੇ ਪਿੱਤਲ ਨਾਲ ਘਸਰ ਘਸਰ ਕਰਕੇ ਸੰਗਤ ਜੀ ਉਹ ਸਿਰ ਦੇ ਵਿੱਚ ਜ਼ਖਮ ਹੋ ਗਏ। ਤੇ ਉਹ ਹੁਣ ਸਿਰ ਦਾ ਮਾਸ ਛਿੱਲਿਆ ਗਿਆ ਤੇ ਰਾਤ ਦਿਨ ਕਰਦਿਆਂ ਕਰਦਿਆਂ ਉਹ ਚਾਰੇ ਪਾਸੇ ਜ਼ਖਮ ਬਹੁਤਾ ਵੱਧ ਗਿਆ। ਕਹਿੰਦੇ ਸਿਰ ਵਿੱਚ ਭਾਵੇਂ ਬਹੁਤਾ ਜ਼ਖਮ ਹੋ ਗਿਆ, ਪਰ ਫਿਰ ਵੀ ਬੜੇ ਪਿਆਰ ਦੇ ਨਾਲ ਸੇਵਾ ਵਿੱਚ ਪ੍ਰੇਮ ਧਾਰਨ ਕਰਦੇ। ਸਾਰੇ ਸਮਿਆਂ ਵਿੱਚ ਮੱਖੀਆਂ ਬੜੀਆਂ ਆ ਕਰਕੇ ਕੱਟਦੀਆਂ ਹਨ, ਪਰ ਫਿਰ ਵੀ ਸੇਵਾ ਵਿੱਚ ਇੰਨੇ ਨਿਮਗਨ ਹੋਏ ਪਏ ਐ ਤੇ ਜ਼ਖਮ ਦੀ ਕੋਈ ਪੀੜਾ ਵਿਚਾਰਦੇ ਨਹੀਂ ਹਨ। ਉਸੇ ਤਰ੍ਹਾਂ ਹੀ ਪ੍ਰੇਮ ਵਿੱਚ ਭਿੱਜੇ ਹੋਏ ਗਾਗਰ ਭਰਦੇ ਐ, ਸਿਰ ਦੇ ਉੱਤੇ ਚੱਕ ਰੱਖਦੇ ਹਨ। ਕਦੇ ਵੀ ਗੁਰੂ ਕੇ ਲੰਗਰਾਂ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੇ ਤੇ ਡੇਰੇ ਵਿੱਚ ਲਿਆ ਕੇ ਜਿੰਨੇ ਵੀ ਸਿੱਖ ਸਨ ਸਾਰਿਆਂ ਦਾ ਇਸ਼ਨਾਨ ਵੀ ਕਰਵਾਇਆ ਕਰਦੇ।
ਬਹੁਤ ਸਾਰੇ ਸੰਗਤ ਜੀ ਮਨੁੱਖਾਂ ਦਾ ਉੱਥੇ ਲੰਗਰ ਤਿਆਰ ਹੁੰਦਾ। ਕਿਸੇ ਤੇ ਬਹੁਤ ਆਨ ਜਲ ਢੋਲੇ, ਉਹ ਲੰਗਰ ਵਾਸਤੇ ਬਹੁਤਾ ਪਾਣੀ ਲਿਆ ਕੇ ਢੋਣਾ ਕਰਦੇ। ਸਰਬ ਪ੍ਰਕਾਰ ਚਾਹੀਏ ਪਾਣੀ, ਸਭ ਤਰ੍ਹਾਂ ਕਰਕੇ ਹੁਣ ਲੰਗਰ ਵਿੱਚ ਸੰਗਤ ਜੀ ਪਾਣੀ ਚਾਹੀਦਾ ਹੁੰਦਾ ਹੈ। ਬਿਨ ਆਲਸ ਜਲ ਸੇਵਾ ਨਾਨੀ, ਤੇ ਬਿਨਾਂ ਕੋਈ ਦਲਿੱਦਰ ਕੀਤਿਆਂ ਭਾਈ ਮੀਹਾਂ ਜੀ ਬੜੇ ਪਿਆਰ ਦੇ ਨਾਲ ਚਾਹਨਾ ਕਰਕੇ ਸੇਵਾ ਕਰਦੇ। ਇਤਕ ਦਿਵਸ ਬੀਤੇ ਇਸ ਭਾਂਤ, ਇਸ ਤਰੀਕੇ ਦੇ ਨਾਲ ਸੇਵਾ ਕਰਦਿਆਂ ਕੁਝ ਕੁ ਦਿਨ ਲੰਘੇ। ਪਰੇ ਕਿਰਮਤ ਹੈ ਘਟ ਘਟ ਖਾਤ, ਹੋਇਆ ਕੀ ਸਾਧ ਸੰਗਤ ਜੀ, ਉਹ ਗਾਗਰ ਚੁੱਕ ਕੇ ਨਾ ਸਿਰ ਵਿੱਚ ਜ਼ਖਮ ਹੋ ਗਿਆ ਤੇ ਹੌਲੀ ਹੌਲੀ ਸਿਰ ਦੇ ਜ਼ਖਮ ਦੇ ਵਿੱਚ ਕਿਰਮ ਪੈ ਗਏ। ਕਿਸ ਕੇ ਸੰਗ ਨ ਕਬਹੂ ਕਹੈ, ਤੇ ਉਹ ਕਿਸੇ ਦੇ ਨਾਲ ਕਦੇ ਵੀ ਕੋਈ ਜਾ ਕੇ ਗੱਲ ਨਾ ਆਖਿਆ ਕਰੇ ਜੀ ਮੇਰੇ ਸਿਰ ਵਿੱਚ ਆ ਜ਼ਖਮ ਹੋ ਗਿਆ, ਵਿੱਚ ਕਿਰਮ ਪੈ ਗਏ ਨੇ। ਦੂਸ਼ਣ ਕਰੇ ਕਸ਼ਟ ਕੋ ਸਹੈ, ਬਸ ਚੁੱਪ ਹੋਇਆ, ਸੇਵਾ ਦੇ ਵਿੱਚ ਨਿਮਗਨ ਹੋਇਆ ਸੰਗਤ ਜੀ ਸੇਵਾ ਹੀ ਕਰਦਾ ਰਹਿੰਦਾ, ਚੁੱਪ ਹੀ ਰਹਿੰਦਾ। ਜਲ ਢੋਵਤ ਸਿਰ ਚਾਂਦੀ ਪਰੀ, ਹਾਂ ਇਦਾਂ ਪਾਣੀ ਢੋਂਦਿਆਂ ਸਿਰ ਦੇ ਵਿੱਚ ਇੱਕ ਲਾਗਾ ਜਿਹਾ ਲੱਗ ਗਿਆ। ਨਹੀਂ ਸਰੀਰ ਕੀ ਸੁਧ ਕਿਮ ਕਰੀ, ਪਰ ਕਿਸੇ ਤਰ੍ਹਾਂ ਫੇਰ ਵੀ ਸੇਵਾ ਵਿੱਚ ਕੋਈ ਕਮੀ ਨਹੀਂ ਆਉਣ ਦਿੰਦੀ। ਕੋਈ ਆਪਣੇ ਮਨ ਦੇ ਵਿੱਚ ਸੇਵਾ ਵਿੱਚ ਕਮੀ ਨਹੀਂ ਆਈ, ਕਿਸੇ ਤਰ੍ਹਾਂ ਸਰੀਰ ਦੀ ਕੋਈ ਖਬਰ ਨਹੀਂ ਕੀਤੀ। ਇੱਕ ਸੇਵਾ ਕੇ ਤਤਪਰ ਹੋਇਓ, ਬਸ ਇੱਕ ਗੁਰੂ ਘਰ ਦੀ ਸੇਵਾ ਦੇ ਵਾਸਤੇ ਐ ਤਿਆਰ ਹੋਏ ਹਨ। ਪੂਰਬ ਕੇ ਸਾਮੀ ਜਲ ਢੋਇਓ, ਜਿੱਦਾਂ ਪਹਿਲਾਂ ਸੇਵਾ ਕਰਿਆ ਕਰਦੇ ਸੀ, ਜ਼ਖਮ ਹੋਣ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਸੇਵਾ ਕਰਦੇ। ਘਟ ਘਟ ਕਿਰਮ ਖਾਤ ਹੈ ਮਾਸ, ਕੀ ਹੋਇਆ ਕਿ ਹੁਣ ਜ਼ਖਮ ਦੇ ਵਿੱਚ ਕਿਰਮ ਪਏ ਹੋਏ ਆ ਤੇ ਕਿਰਮ ਸਿਰ ਦੇ ਵਿੱਚੋਂ ਕੱਟ ਕੇ ਮਾਸ ਖਾਈ ਜਾਂਦੇ। ਉੱਪਰ ਭਾਰ ਧਰਤ ਹੈ ਰਾਸ, ਜੇ ਕੀ ਕਰਦਾ ਉੱਤੇ ਬਹੁਤਾ ਸਾਰਾ ਸੰਗਤ ਜੀ ਭਾਰ ਧਰ ਲੈਂਦਾ। ਕੀਨੋ ਗਾਗਰ ਤਰੇ ਟਿਕਾ, ਇੱਕ ਉਹ ਬਿੰਨੂ ਜਿਹਾ ਬਣਾ ਕਰਕੇ ਤੇ ਗਾਗਰ ਦੇ ਹੇਠਾਂ ਥੱਲੇ ਸਿਰ ਦੇ ਉੱਤੇ ਰੱਖ ਕੇ ਟਿਕਾ ਲੈਂਦੇ। ਸੋ ਚੁਭ ਚੁਭ ਕਰ ਘਾਵ ਵਧਾਵਤ, ਤੇ ਉਹਦੇ ਨਾਲ ਕੀ ਹੋਇਆ ਸੰਗਤ ਜੀ, ਜਿਹੜਾ ਬਿੰਨੂ ਜਿਹਾ ਰੱਖਿਆ ਸਿਰ ਦੇ ਉੱਤੇ, ਚੁੱਭ ਕੇ ਜ਼ਖਮ ਹੋਰ ਵੱਡਾ ਹੋ ਗਿਆ। ਬੰਦੇ ਰਹੇ ਇਹਨੂੰ ਸਿਰ ਨੀਤ, ਤੇ ਨੇਤੇ ਉਹ ਜਿਹੜਾ ਇੰਨੂ ਜਿਹਾ ਸੀ ਨਾ ਸਿਰ ਦੇ ਉੱਤੇ ਬੰਨਿਆ ਹੋਇਆ ਬਿੰਨੂ ਜਿਹਾ, ਉਹਨੂੰ ਖੋਲਿਆ ਹੀ ਨਾ ਕਰੇ, ਉਹਨੂੰ ਨੇਤੀ ਸਿਰ ਤੇ ਬੰਨੀ ਰੱਖੇ। ਪਗ ਖੋਲ੍ਹਣ ਜੜ ਬੰਧਨ ਹੋਤੀ, ਹਾਂ ਕਦੇ ਸੰਗਤ ਜੀ ਉਹ ਖੋਲਦਾ ਤੇ ਉਹ ਵੀ ਤਾਂ ਚੰਗੀ ਤਰ੍ਹਾਂ ਉਸ ਕੱਸ ਕੇ ਬੰਨਣ ਦੇ ਵਾਸਤੇ ਖੋਲਿਆ ਕਰਦਾ ਸੀ। ਇੱਕ ਦਿਨ ਸਿਰ ਤੇ ਜਪਹਿ ਉਤਾਰਿਓ, ਇੱਕ ਦਿਨ ਦੀ ਗੱਲ ਹੈ, ਕਹਿੰਦੇ ਕਿ ਉਹ ਜਦੋਂ ਉਹਨੇ ਆਪਣੇ ਸਿਰ ਦੇ ਉੱਤੋਂ ਬਿੰਨੂ ਜਿਹਾ ਉਤਾਰਿਆ, ਬੋਲ ਰਜੂ ਕੇ ਕਰ ਮਹਿ ਧਾਰਿਓ, ਕੀ ਹੋਇਆ ਸੰਗਤ ਜੀ, ਜਦੋਂ ਖੋਲਿਆ ਰੱਜੂ ਤੇ ਕਰ ਮਹਿ ਧਾਰਿਓ, ਰੱਸੀ ਦੇ ਨਾਲ ਖੋਲ ਕੇ ਆਪਣੇ ਹੱਥ ਵਿੱਚ ਜਦੋਂ ਰੱਖਿਆ ਬਿੰਨੂ ਲਾ ਕੇ, ਇਸ ਕੇ ਸੰਗ ਕਿਰਨ ਕੁਛ ਪਾਏ, ਤੇ ਉਹ ਬਿੰਨੂ ਦੇ ਨਾਲ ਹੀ ਸਿਰ ਦੇ ਵਿੱਚੋਂ ਕੁਝ ਕੁ ਜ਼ਖਮ ਦੇ ਵਿੱਚੋਂ ਕਿਰਮ ਵੀ ਬਾਹਰ ਆ ਗਏ। ਦੇਖਤ ਗਿਰੇ ਅਗਨੀ ਪਰ ਜਾਏ, ਦੇਖਦਿਆਂ ਸਿਰ ਦੇ ਕਿਰਮ ਜਿਹੜੇ ਸੀ ਧਰਤੀ ਤੇ ਜਾ ਡਿੱਗੇ ਹੇਠਾਂ। ਮੇਰੇ ਦੀਨ ਸਰਦੈ ਵਿਚਾਰ, ਹੁਣ ਦੇਖੋ ਸਿੱਖ ਦੇ ਮਨ ਵਿੱਚ ਕੈਸੀ ਵਿਚਾਰ ਹੈ। ਭਾਈ ਮੀਹਾਂ ਜੀ ਨੇ ਐ ਵਿਚਾਰ ਕੀਤਾ, ਗਿਰੇ ਇਹਾ ਮਰ ਹੈ ਬਿਨ ਬਾਰ, ਕਹਿਣ ਲੱਗੇ ਦੇਖੋ ਭਾਈ, ਜੇ ਆ ਕਿਰਮ ਇੱਥੇ ਡਿੱਗੇ ਰਹਿ ਗਏ, ਇਹ ਤਾਂ ਇੱਥੇ ਮਰ ਜਾਣਗੇ ਵਿਚਾਰੇ। ਮਾਸ ਖਾਂ ਤੇ ਪੱਖ ਹੈ ਇਹ ਵਿਚਾਰੇ ਮੇਰਾ ਮਾਸ ਖਾ ਕੇ ਅੱਗੇ ਪਲ ਰਹੇ ਨੇ, ਇੱਥੇ ਰਹਿ ਗਏ ਤੇ ਇੱਥੇ ਮਾਸ ਕਿੱਥੋਂ ਖਾਣਗੇ। ਪਰ ਹੈ ਤੁਰਤ ਕਰਨ ਤੋਂ ਕਰ ਦੇ, ਤੇ ਜੇ ਕੋਈ ਸਿੱਖ ਇੱਧਰ ਦੀ ਲੰਘਿਆ ਤੇ ਉਹਨੇ ਪੈਰ ਵੀ ਰੱਖ ਦਿੱਤਾ, ਉੱਥੇ ਇਹਨਾਂ ਕਿਰਮਾਂ ਨੇ ਮਰ ਜਾਣਾ ਹੈ। ਜੀਵਨ ਕੇ ਉਪਾਰ, ਇਸ ਕਰਕੇ ਇਹਨਾਂ ਦੇ ਜਿਉਣ ਵਾਸਤੇ ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ ਹੈ। ਮਮ ਸਿਰ ਬਿਨਾ ਨ ਜਾਣੀ ਜਾਏ, ਤੇ ਮੇਰੇ ਸਿਰ ਤੋਂ ਬਿਨਾਂ ਨਹੀਂ ਕੋਈ ਹੋਰ ਹੁਣ ਇਹਨਾਂ ਦੀ ਰਹਿਣ ਦੀ ਥਾਂ ਜਾਣੀ ਜਾਂਦੀ। ਦਇਆ ਧਾਰ ਸੋਣੀਏ ਉਠਾਏ, ਕੀ ਹੋਇਆ ਸੰਗਤ ਜੀ, ਭਾਈ ਮੀਹੇ ਦੇ ਮਨ ਵਿੱਚ ਬੜੀ ਦਇਆ ਆਈ, ਉਹਨੇ ਉਹ ਕਿਰਮ ਦੇ ਚੱਕ ਲਏ ਜਹ ਤੇ ਗਿਰੇ ਤਹਾਂ ਪਾਏ, ਤੇ ਜਿੱਥੋਂ ਸਿਰ ਦੇ ਵਿੱਚੋਂ ਕਿਰਮ ਡਿੱਗੇ ਸੀ ਉੱਥੇ ਸਿਰ ਦੇ ਜ਼ਖਮ ਵਿੱਚ ਹੀ ਦੁਬਾਰਾ ਰੱਖ ਦਿੱਤੇ। ਇਸ ਥਨ ਪਾਲਨ ਹੋਏ ਇਨ ਕੇਰਾ, ਤੇ ਮਨ ਵਿੱਚ ਸੋਚਦੇ ਕਹਿੰਦੇ ਇਹ ਥਾਂ ਤੇ ਇਹਨਾਂ ਦਾ ਪਾਲਣ ਪੋਸ਼ਣ ਹੋ ਜਾਵੇਗਾ। ਪੱਖਿਆਨ ਕਰਹਿ ਮਾਸ ਸਿਰ ਮੇਰਾ, ਇਹ ਮੇਰੇ ਸਿਰ ਦਾ ਮਾਸ ਖਾ ਕੇ ਰੱਜ ਜਾਣਗੇ। ਮਾਤ ਨਾਨਕੀ ਨੇ ਕਿਸ ਦੇਖਾ, ਕੀ ਹੋਇਆ ਸੰਗਤ ਜੀ, ਜਦੋਂ ਇਦਾਂ ਸਿੱਖ ਨੇ ਕੀਤਾ ਨਾ ਤੇ ਐਸੀ ਤਰਸਯੋਗ ਹਾਲਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਨਾਨਕੀ ਜੀ ਨੇ ਦੇਖ ਲਿਆ। ਹਰਿ ਉਪਾਰੀ ਦਇਆ ਤੇ ਸਿੱਖਾ, ਮਾਤਾ ਜੀ ਦੇ ਮਨ ਦੇ ਵਿੱਚ ਬਹੁਤੀ ਦਇਆ ਆਈ। ਕਹਿਣ ਲੱਗੀ ਸੁਨ ਮੇਰੇ ਭਾਈ, ਉਸ ਸਮੇਂ ਮਾਤਾ ਜੀ ਆਏ ਤੇ ਭਾਈ ਮੀਹੇ ਨੂੰ ਕਹਿਣ ਲੱਗੇ, ਉਹ ਮੇਰੇ ਭਰਾਵਾ ਮੇਰੀ ਗੱਲ ਸੁਣ। ਅਨੰਦ ਪ੍ਰੇਮ ਤੇ ਸਿਰ
ਕਮਾਈ। ਤੂੰ ਬੜੇ ਪ੍ਰੇਮ ਦੇ ਨਾਲ ਗੁਰੂ ਘਰ ਦੀ ਸੇਵਾ ਕਮਾਈ ਹੈ। ਸ੍ਰੀ ਗੁਰੂ ਕੇ ਗ੍ਰਹਿ ਕਾਲੀ ਕਾਲ। ਹਾਂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਦੀ ਤੂੰ ਬੜੀ ਘਾਲ ਬੜੀ ਸੇਵਾ ਕਮਾਉਣੀ ਕੀਤੀ ਹੈ। ਹੋਇ ਕੈ ਕਸ਼ਟ ਵਿਹੀਨ ਨਿਹਾਲ। ਤੇ ਕਸ਼ਟਾਂ ਤੋਂ ਬਿਨਾਂ ਹੋ ਕਰਕੇ ਬੜੀ ਨਿਹਾਲਤਾ ਖੁਸ਼ੀ ਦੇ ਵਾਸਤੇ ਤੂੰ ਕਹਿੰਦੇ ਕਿ ਸੇਵਾ ਕੀਤੀ ਹੈ। ਬਾਤ ਦੁੱਖ ਦੀ ਪਰਵਾਹ ਨਹੀਂ ਕੀਤੀ ਤੇ ਬੜਾ ਖੁਸ਼ ਹੋ ਕੇ ਸੇਵਾ ਕਰਦਾ ਹੈ। ਸਿਰ ਪਰ ਕੀੜੇ ਪਰੇ ਨਾ ਜਾਣੇ। ਤੇ ਤੇਰੇ ਸਿਰ ਵਿੱਚ ਕੀੜੇ ਪੈ ਗਏ ਐ, ਤੂੰ ਇਹ ਜਾਣਿਆ ਹੀ ਨਹੀਂ। ਇਸੀ ਰੀਤ ਗੁਰ ਸੇਵਾ ਠਾਨੀ। ਤੇ ਉਸੇ ਤਰ੍ਹਾਂ ਹੀ ਤੂੰ ਬੜੇ ਪ੍ਰੇਮ ਦੇ ਵਿੱਚ ਭਿੱਜਾ ਹੋਇਆ ਸੇਵਾ ਕਰਦਾ ਜਾ ਰਿਹਾ ਹੈ। ਵੇਹ ਸੁਨ ਕਰ ਕੀਨਸ ਬਿਨਤੀ। ਭਾਈ ਮੀਹੇ ਨੇ ਮਾਤਾ ਜੀ ਦੇ ਕੋਲੋਂ ਸੁਣ ਕੇ ਅੱਗੋਂ ਬੇਨਤੀ ਕੀਤੀ। ਨਿਜ ਸਰੀਰ ਕੀ ਮੋਹ ਨਾ ਗਿਣਤੀ। ਕਹਿਣ ਲੱਗੇ, ਮਾਤਾ ਜੀ ਮੈਨੂੰ ਆਪਣੇ ਕੋ ਸਰੀਰ ਦੀ ਗਿਣਤੀ ਮਿਣਤੀ ਨਹੀਂ ਹੈ। ਮੇਰੀ ਸੇਵਾ ਜੇ ਪਰਵਾਨ। ਬਸ ਮੇਰੇ ਤੇ ਮਨ ਦੀ ਇਹ ਇੱਛਾ ਹੈ ਕਿ ਮੇਰੀ ਸੇਵਾ ਜੇ ਕਿਤੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇ ਇਹ ਮੇਰੇ ਮਨ ਕੋ ਹੋਏ ਕਲਿਆਣ। ਤੇ ਮੇਰੀ ਸੇਵਾ ਦੇ ਨਾਲ ਨਾਲ ਕਿਤੇ ਆ ਜਿਹੜੇ ਕਿਰਮ ਨੇ ਨਾ ਮੇਰੇ ਸਿਰ 'ਚ ਪਏ, ਇਹਨਾਂ ਵਿਚਾਰਿਆਂ ਦਾ ਵੀ ਭਲਾ ਹੋ ਜਾਵੇ। ਇਨਕੋ ਸੰਕਟ ਹੋਏ ਨਾ ਨਿਆਸੇ। ਹਾਂ, ਇਹਨਾਂ ਨੂੰ ਜਿਸ ਤਰ੍ਹਾਂ ਕਰਕੇ ਕੋਈ ਦੁੱਖ ਨਾ ਹੋਵੇ। ਕਰਨ ਉਪਾਏ ਮਾਤ ਜੀ ਤੈਸੇ। ਮਾਤਾ ਜੀ ਮੈਂ ਤਾਂ ਉਸੇ ਤਰ੍ਹਾਂ ਦਾ ਕੋਈ ਯਤਨ ਕਰਨਾ ਹੈ। ਸਤਿਗੁਰੂ ਦਿਆਲ ਸੁਨ ਭਾਈ। ਇਹਦਾ ਸਤਿਗੁਰ ਹੋਏ ਦਿਆਲ ਸੁਣ ਭਾਈ। ਮਾਤਾ ਜੀ ਨੇ ਕਿਹਾ ਕਿ ਤੇਰੀ ਭਾਈ ਇਹੋ ਜੀ ਸੇਵਾ ਸੁਣ ਕੇ ਗੁਰੂ ਤੇਰੇ ਤੇ ਬਹੁਤੇ ਦਿਆਲੂ ਹੋਣਗੇ। ਜੇ ਸਤਨ ਵਿਦ ਕੀ ਵਡਿਆਈ। ਤੈਨੂੰ ਸਭ ਤਰ੍ਹਾਂ ਕਰਕੇ ਵਡਿਆਈਆਂ ਦੇਣਗੇ। ਇਹਨੂੰ ਸੁਨ ਲੱਗੇ ਉਹ ਸੇਵ ਕੋ ਜਾਏ। ਮਾਤਾ ਜੀ ਨੇ ਇਦਾਂ ਆਸ਼ੀਰਵਾਦ ਦਿੱਤੀ ਹੈ ਤੇ ਸੁਣ ਕੇ ਭਾਈ ਮੀਹਾਂ ਜੀ ਉਸੇ ਤਰ੍ਹਾਂ ਸੇਵਾ ਵਿੱਚ ਲੱਗ ਗਏ। ਜਲ ਕੀ ਕਾਕਰ ਭਰ ਭਰ ਲਿਆਏ। ਜਲ ਦੀਆਂ ਗਾਗਰਾਂ ਭਰ ਭਰ ਕੇ ਲਿਆਉਂਦੇ ਐ। ਜਬ ਸ੍ਰੀ ਤੇਗ ਬਹਾਦਰ ਚੰਦ। ਜਦੋਂ ਸ੍ਰੀ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਮਾਤ ਨਿਕਟ ਸੁਖ ਕੰਜ। ਸੁੱਖਾਂ ਦੇ ਦਾਤੇ ਆਪਣੀ ਮਾਤਾ ਨਾਨਕੀ ਜੀ ਦੇ ਪਾਸ ਆ ਕੇ ਬੈਠੇ। ਕਿਤਨੀ ਮਹਿ ਮੇਹਾ ਤਹ ਆਇਆ। ਇੰਨੇ ਸਮੇਂ ਦੇ ਵਿੱਚ ਭਾਈ ਮੀਹਾਂ ਜੀ ਵੀ ਉੱਥੇ ਆ ਗਏ, ਜਨ ਦਾਤਰ ਕੋ ਸੀਸ ਉਠਾਇਆ। ਜਿਨ੍ਹਾਂ ਨੇ ਆਪਣੇ ਸਿਰ ਦੇ ਉੱਤੇ ਗਾਗਰ ਪਾਣੀ ਦੀ ਚੱਕੀ ਹੋਈ ਸੀ। ਇਹ ਨਾਨਕੀ ਮਾਤ ਬਖਾਨਾ। ਇਹ ਦੇਖ ਕੇ ਤੇ ਮਾਤਾ ਨਾਨਕੀ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਈ ਕਿਹਾ। ਇਹ ਸੁਤ ਰਿਸ ਕੀ ਸੇਵ ਬਹਾਨਾ। ਮਾਤਾ ਜੀ ਕਹਿਣ ਲੱਗੇ, ਹੇ ਮੇਰੇ ਪੁੱਤਰ, ਆ ਜਿਹੜਾ ਸਿੱਖ ਹੈ ਨਾ ਭਾਈ ਮੀਹਾਂ, ਇਹਦੀ ਬੜੀ ਵੱਡੀ ਮਹਾਨ ਸੇਵਾ ਹੈ। ਇਹ ਕਾਲ ਮੈਂ ਅਚਰਜ ਹੋਈ। ਮੈਂ ਇੱਕ ਸਮੇਂ ਦੇਖ ਕਰਕੇ ਬੜੀ ਹੈਰਾਨ ਹੋਈ ਇਹਦੀ ਸੇਵਾ ਨੂੰ। ਕਰਿਓ ਕਾਪੀਨੂ ਸਿਰ ਜੋਈ। ਕਹਿੰਦੇ ਕਿ ਇਹਦੇ ਸਿਰ ਦੇ ਉੱਤੇ ਜਿਹੜਾ ਬਿੰਨੂ ਜਿਹਾ ਰੱਖਿਆ ਉਹਦੇ ਨਾਲ ਬੜਾ ਭਾਰੀ ਸਿਰ ਵਿੱਚ ਜ਼ਖਮ ਹੋ ਗਿਆ ਮੁਝ ਹੈ। ਦੇਖਤ ਸੋਜਨ ਹੈ ਉਤਾਰਾ। ਮੇਰੇ ਦੇਖਦਿਆਂ ਜਦੋਂ ਇਹਨੇ ਉਹ ਬਿੰਨੂ ਜਿਹਾ ਸਿਰ ਤੋਂ ਲਾਹਿਆ ਸੀ, ਪਰੇ ਕਿਰਨ ਸਿਰ ਕਾਬ ਮੁਜਾਰਾ। ਉਹ ਸਿਰ ਦੇ ਵਿੱਚ ਹੋਏ ਜ਼ਖਮ ਦੇ ਅੰਦਰ ਬੜੇ ਕਿਰਮ ਪਏ ਹੋਏ ਸਨ। ਸੁਖ ਤਬ ਹੈ ਅਗਨੀ ਪਰ ਗਿਰੇ। ਤੇ ਉਹਦੇ ਬਿੰਨੂ ਲਾਉਣ ਦੇ ਨਾਲ ਕੁਝ ਕੁ ਕਿਰਮ ਜ਼ਖਮ ਦੇ ਵਿੱਚੋਂ ਧਰਤੀ ਤੇ ਜਾ ਡਿੱਗੇ। ਇਹਨੂੰ ਚਾਹੇ ਸੋ ਸਿਰ ਪਰ ਧਾਰੇ। ਤੇ ਇਹ ਜਿਹੜਾ ਤੁਹਾਡਾ ਸਿੱਖ ਹੈ, ਇਹਨੇ ਚੱਕ ਕੇ ਤੇ ਉਸੇ ਸਮੇਂ ਆਪਣੇ ਸਿਰ ਵਿੱਚ ਜਾ ਰੱਖੇ ਸਨ। ਆਹ ਇਸ ਨੇ ਹਉ ਭਾਨੀ ਕਾਲ। ਇਹ ਪੁੱਤਰ, ਇਹਨੇ ਹੁਣ ਗੁਰੂ ਘਰ ਦੀ ਬਹੁਤ ਲੰਮੀ ਸੇਵਾ ਕਮਾਈ ਹੈ। ਰਹੇ ਆਪ ਕੇ ਸੰਗ ਵਿਸਾਰ। ਤੁਹਾਡੇ ਨਾਲ ਬਹੁਤ ਸਮਾਂ ਰਿਹਾ ਇੱਥੇ, ਹਮ ਕਿਸ ਕੋ ਨਹੀਂ ਜਨਾਈ। ਪਰ ਕਦੀ ਵੀ ਕਿਸੇ ਨੂੰ ਆਪਣੀ ਸੇਵਾ ਜਨਾਉਣੀ ਨਹੀਂ ਕੀਤੀ, ਪ੍ਰਗਟ ਨਹੀਂ ਕੀਤੀ। ਸ਼ਨ ਧਾਰੇ ਸੇਵ ਕਮਾਈ। ਬਸ ਚੁੱਪ ਹੋ ਕਰਕੇ ਗੁਰੂ ਘਰ ਦੀ ਬੜੇ ਪਿਆਰ ਦੇ ਨਾਲ ਇਹ ਸੇਵਾ ਕਰਦਾ ਰਹਿੰਦਾ ਹੈ। ਖਾਨ ਪਾਨ ਕੋ ਸਵਾਦ ਨਾ ਰੀਨਾ। ਨਾ ਇਹਨੇ ਕੋਈ ਭੋਜਨ ਖਾਣ ਪੀਣ ਦਾ ਕੋਈ ਰਾਸੀ ਲੈਣਾ ਕੀਤਾ, ਬਸ ਜੋ ਮਿਲ ਗਿਆ ਉਹੀ ਛਕ ਲਿਆ। ਜਿਸ ਦਿਨ ਪ੍ਰੇਮ ਸੇਵ ਕੋ ਭੀਨਾ। ਰਾਤ ਦਿਨ ਗੁਰੂ ਘਰ ਦੀ ਸੇਵਾ ਦੇ ਪ੍ਰੇਮ ਵਿੱਚ ਹੀ ਭਿੱਜਾ ਰਹਿੰਦਾ ਹੈ। ਕਰਵਾ ਕੇ ਪਾਰ ਹੈ ਪਰਮ ਨਿਹਾਲ। ਏ ਪੁੱਤਰ ਜੀ, ਹੁਣ ਇਹਦੇ ਤੇ ਤੁਸੀਂ ਕਿਰਪਾਲੂ ਹੋਵੋ ਤੇ ਇਹਨੂੰ ਨਿਹਾਲ ਕਰ ਦਿਓ। ਜੋ ਬਾਂਝਤ ਸੋ ਦੇਵ ਵਿਸਾਰ। ਜੋ ਇਹ ਚਾਹੁੰਦਾ ਹੈ ਉਹ ਮਨ ਭਾਉਂਦੇ ਪਦਾਰਥ ਬਹੁਤੇ ਤੋਂ ਬਹੁਤੇ ਇਹਨੂੰ ਦੇ ਦਿਓ। ਮਾਤ ਨਾਨਕੀ ਕੇ ਸੁਨ ਬੈਨ। ਆਪਣੀ ਮਾਤਾ ਨਾਨਕੀ ਜੀ ਦੇ ਮੁਖ ਤੋਂ ਬਚਨ ਸੁਣ ਕੇ ਕਰਨਾ ਪਰੇ ਰਸੀਲੇ ਨੈਣ। ਹਾਂ, ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਬੜੇ ਰਸ ਨਾਲ ਭਰੇ ਪਏ ਨੇਤਰ ਹੈ, ਕਿਰਪਾ ਦੇ ਵਿੱਚ ਆਏ। ਅਵਲੋਕਤ ਸੋ ਲੀਨ ਬੁਲਾਏ। ਮਹਾਰਾਜ ਜੀ ਨੇ ਦੇਖਿਆ ਤੇ ਭਾਈ ਮੀਹੇ ਨੂੰ ਆਪਣੇ ਕੋਲ ਬੁਲਾ ਲਿਆ। ਜਾਨੀ ਸੇਵ ਮਹਾ ਸਫਲ ਆਏ। ਮਹਾਰਾਜ ਜੀ ਨੇ ਜਾਣਿਆ ਕਿ ਭਾਈ ਇਹਦੀ ਸੇਵਾ ਸਫਲ ਹੋ ਗਈ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ।
ਸਤਿਗੁਰੂ ਦੀ ਸੇਵਾ ਕੀਤੀ ਹੋਈ ਸੰਗਤ ਦੀ ਸਫਲ ਹੈ, ਪਰ ਜੇਕਰ ਕੋਈ ਕਰਨ ਵਾਲਾ ਆਪਣਾ ਚਿੱਤ ਲਾ ਕੇ ਸੇਵਾ ਕਰੇ, ਜਿਵੇਂ ਭਾਈ ਮੀਂਹੇ ਨੇ ਕੀਤੀ ਹੈ, ਤੇ ਮਹਾਰਾਜ ਕਹਿੰਦੇ ਇਹਦੀ ਸੇਵਾ ਸਫਲ ਹੋ ਗਈ ਹੈ। ਇਹਨੇ ਗੁਰੂ ਦੀ ਮਰਜ਼ਾਦਾ ਅਨੁਸਾਰ ਤੇ ਗੁਰੂ ਦੀ ਰਜ਼ਾ ਵਿੱਚ ਸੇਵਾ ਕੀਤੀ ਹੈ। ਮਹਾਰਾਜ ਜੀ ਦੱਸਣ ਲੱਗੇ ਕਿ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਕਈ ਤਪਸਵੀ ਲੋਕ ਬੜਾ ਤਪ ਕਮਾਇਆ ਕਰਦੇ, ਉਹ ਅਨੇਕਾਂ ਤਰ੍ਹਾਂ ਕਰਕੇ ਆਪਣੇ ਸਰੀਰ ਉੱਤੇ ਸੰਗਤ ਜੀ ਬੜਾ ਦੁੱਖ ਝੱਲਿਆ ਕਰਦੇ ਸਨ। ਕੀ ਕਰਦੇ ਸੀ ਪੁਰਾਣੇ ਸਮੇਂ ਜਿਹੜੇ ਰਿਸ਼ੀ ਮੁਨੀ ਹੁੰਦੇ, ਜਦੋਂ ਬਰਫ਼ ਦੀ ਰੁੱਤ ਆਉਣੀ ਨਾ, ਠੰਡੀ ਸਿਆਲ ਦੀ, ਤੇ ਉਸ ਸਮੇਂ ਪਾਣੀ ਦੇ ਵਿੱਚ ਜਾ ਕੇ ਪ੍ਰਵੇਸ਼ ਹੋ ਜਾਂਦੇ, ਪਾਣੀ 'ਚ ਖਲੋ ਜਾਂਦੇ। ਤੇ ਜਦੋਂ ਗਰਮੀ ਦੀ ਰੁੱਤ ਆਉਣੀ, ਜੇਠ ਹਾੜ ਦੇ ਮਹੀਨੇ ਹੋਣੇ, ਤੇ ਉਦੋਂ ਸੰਗਤ ਜੀ ਬਾਹਰ ਧੁੱਪਾਂ ਦੇ ਵਿੱਚ ਬੈਠ ਕੇ ਚਾਰੇ ਪਾਸੇ ਧੂਣੀਆਂ ਤਾ ਲੈਣੀਆਂ, 4 ਧੂਣੀਆਂ ਚਾਰੇ ਪਾਸੇ, ਤੇ 5ਵੀਂ ਜੇਠ ਹਾੜ ਦੇ ਮਹੀਨੇ ਦੇ ਵਿੱਚ ਸੂਰਜ ਦੀ ਧੁੱਪ, ਇਦਾਂ 5-5 ਧੂਣੀਆਂ ਤਪਾਉਂਦੇ। ਤੇ ਕਈ ਸੰਗਤ ਜੀ ਜਾ ਕੇ ਥੜਿਆਂ ਤੇ ਬਹਿ ਜਾਂਦੇ, ਫਲ ਫੁੱਲ ਜਿਹੀ ਖਾ ਕਰਕੇ ਗੁਜ਼ਾਰਾ ਕਰਿਆ ਕਰਦੇ ਸਨ। ਤੇ ਕਈ ਆਪਣੇ ਪੈਰ ਪੁੱਠੇ ਤਾਂ ਨੂੰ ਲਟਕਾ ਕਰਕੇ ਤੇ ਪੁੱਠੇ ਲਟਕ ਜਾਂਦੇ। ਤੇ ਕਈ ਕਹਿੰਦੇ ਪੱਤਰਿਆਂ ਦਾ ਹੀ ਭੋਜਨ ਛਕਿਆ ਕਰਦੇ, ਇਹੀ ਵਰਤ ਸਾਧਿਆ ਕਰਦੇ ਸਨ। ਤੇ ਕਈ ਜੰਗਲਾਂ ਦੇ ਵਿੱਚ ਜਾ ਕੇ ਵਸ ਜਾਂਦੇ ਐ, ਇਕਾਂਤ ਹੋ ਕਰਕੇ ਚੇਤੇ ਕਰਦੇ। ਕਈ ਜੋਗੀ ਪਦਮ ਆਸਨ ਲਾ ਕਰਕੇ ਯੋਗ ਸਾਧਨਾ ਕਰਿਆ ਕਰਦੇ। ਮਹਾਰਾਜ ਜੀ ਕਹਿੰਦੇ ਕਿੰਨੇ ਕੁ ਭਾਈ ਗਿਣ ਕੇ ਦਸੀਏ, ਜਿੰਨੇ ਤਪਸਵੀ ਲੋਕ ਤਪ ਕਰਿਆ ਕਰਦੇ ਸਨ। ਤਪੀਆਂ ਦੇ ਜਿਹੜੇ ਤਪ ਸੀ, ਸਰੀਰ ਕਰਕੇ ਬਹੁਤ ਭਿਆਨਕ ਤੋਂ ਭਿਆਨਕ ਤਪ ਕਰਿਆ ਕਰਦੇ ਸੀ। ਤੇ ਜਿਨ੍ਹਾਂ ਦੇ ਕਹਿੰਦੇ ਬਹੁਤੇ ਤਪ ਨੂੰ ਦੇਖ ਕਰਕੇ ਬ੍ਰਹਮਾ ਆਦਿਕ ਵਿਸ਼ਨੂੰ ਸ਼ਿਵ ਜੀ ਜਾਂ ਦੇਵਤੇ ਖੁਸ਼ ਹੋ ਜਾਂਦੇ। ਤੇ ਤਦੋਂ ਕਹਿੰਦੇ ਜਿਹੜਾ ਤਪਸਵੀ ਤਪੱਸਿਆ ਕਰਦਾ ਤੇ ਜੋ ਮਨ ਵਿੱਚ ਮੰਗਦਾ, ਫਿਰ ਉਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜਾਂ ਹੋਰ ਦੇਵਤੇ ਉਹਨੂੰ ਦਿਆ ਕਰਦੇ ਮਨ ਭਾਉਂਦਾ ਪਦਾਰਥ। ਹਾਂ, ਬਾਕੀ ਤਾਂ ਸਾਰੇ ਸੁੱਖ ਸੰਗਤ ਜੀ ਕਹਿੰਦੇ ਦੇ ਦਿੰਦੇ, ਪਰ ਜਿਹੜੀ ਕੇਵਲ ਮੋਖ ਹੈ ਨਾ, ਪਰਮਾਤਮਾ ਦੇ ਵਿੱਚ ਅਭੇਦਤਾ ਦੀ ਮੁਕਤੀ, ਉਹ ਨਹੀਂ ਦੇ ਸਕਦੇ ਸਨ। ਇਹ ਵੀ ਉਹ ਜਿਹੜੇ ਤਪ ਨੇ ਕਹਿੰਦੇ ਇਸ ਕਲਯੁਗ ਦੇ ਜ਼ਮਾਨੇ ਵਿੱਚ ਤਾਂ ਬਹੁਤੇ ਹੀ ਔਖੇ ਹਨ, ਨਹੀਂ ਹੁੰਦੇ ਕਿਸੇ ਕੋਲੋਂ। ਚਾਹੇ ਕੋਈ ਬਹੁਤਾ ਜ਼ਿਆਦਾ ਸੰਗਤ ਜੀ ਹੱਠ ਵੀ ਕਰੇ, ਜਿੱਦ ਵੀ ਕਰੇ, ਤਾਂ ਵੀ ਉਹ ਤਪ ਨਹੀਂ ਹੁੰਦੇ ਬੰਦੇ ਕੋਲੋਂ। ਕਿਉਂਕਿ ਦੁੱਖ ਸਹਾਰਨ ਦੀ ਸ਼ਕਤੀ ਬੰਦੇ ਦੇ ਕੋਲ ਰਹਿ ਹੀ ਨਹੀਂ ਗਈ ਹੋਣਾ। ਕਹਿੰਦੇ ਕਿ ਜਿਹੜੇ ਦੁੱਖ ਸਹਾਰਦੇ ਨਹੀਂ ਹੈ, ਬਹੁਤੇ ਤਾਂ ਮ੍ਰਿਤਕ ਭਾਵ ਮੌਤ ਦੇ ਸਹਿਤ ਹੀ ਹੋ ਜਾਂਦੇ ਹਨ, ਭਾਵ ਉਹਨਾਂ ਦੀ ਮੌਤ ਹੀ ਹੋ ਜਾਂਦੀ ਹੈ। ਜਿਹੜੇ ਕਹਿੰਦੇ ਕੋਈ ਅੱਜ ਕੱਲ੍ਹ ਭੋਜਨ ਛੱਡ ਕੇ ਕਿਤੇ ਵਿਚਾਰੇ ਬਹਿ ਜਾਣ ਤਪੱਸਿਆ ਕਰਨ ਵਾਸਤੇ, ਉਹਨੂੰ ਤਾਂ ਵੈਸੇ ਹੀ ਮੌਤ ਹੋ ਜਾਂਦੀ ਹੈ। ਐਵੇਂ ਕਿਵੇਂ ਫਿਰ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰ ਸਕਦੇ ਸਨ? ਤੇ ਬਿਨਾਂ ਜੰਗਲਾਂ ਤੋਂ ਕਹਿੰਦੇ ਕਿਵੇਂ ਇਹਨਾਂ ਦੇ ਤਪ ਰਾਸ ਵਿੱਚ ਆਉਂਦੇ। ਇਸੇ ਕਰਕੇ ਸਾਡੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੜੀ ਸੌਖੀ ਜਿਹੀ ਰੀਤੀ ਚਲਾ ਦਿੱਤੀ ਹੈ। ਮਹਾਰਾਜ ਨੇ ਕਿਹਾ ਕਿ ਸਿੱਖੋ, ਤੁਸੀਂ ਸਤ ਸੰਗਤ ਦੀ ਸੇਵਾ ਕਰਿਆ ਕਰੋ। ਇਹ ਸਤ ਸੰਗਤ ਦੀ ਸੇਵਾ ਸਾਰੇ ਤਪੱਸਿਆ ਤਪਾਂ ਨਾਲੋਂ ਅਧਿਕ ਤੋਂ ਅਧਿਕ ਹੈ। ਮਹਾਰਾਜ ਦੇ ਬਾਣੀ ਵਿੱਚ ਸੰਗਤ ਜੀ ਬਚਨ ਆਪਾਂ ਪੜ੍ਹਦੇ ਆਂ, ਗੁਰ ਸੇਵਾ ਤਪਾਂ ਸਿਰ ਤਪਸਾਰ। ਜਿਹੜੀ ਗੁਰੂ ਘਰ ਦੀ ਸੇਵਾ ਹੈ, ਇਹ ਤਪੱਸਿਆ ਵਿੱਚੋਂ ਬੜੀ ਵੱਡੀ ਮਹਾਨ ਸ਼੍ਰੇਸ਼ਟ ਤਪੱਸਿਆ ਹੈ। ਇਹ ਤਪਾਂ ਦੀ ਵੀ ਸ਼੍ਰੋਮਣੀ ਤਪੱਸਿਆ ਹੈ, ਗੁਰੂ ਘਰ ਦੀ ਜੋ ਸੇਵਾ ਕਰਨੀ ਹੁੰਦੀ ਹੈ। ਤੋ ਮਹਾਰਾਜ ਜੀ ਇੱਥੇ ਦੱਸ ਰਹੇ ਹਨ, ਜਿਹੜੇ ਭਾਈ ਬੜੇ ਮਨ ਨੂੰ ਮਜ਼ਬੂਤ ਕਰਕੇ ਤੇ ਗੁਰੂ ਘਰ ਦੀ ਸੇਵਾ ਕਮਾਉਂਦੇ ਐ, ਉਹ ਭਾਈ ਦੋਨਾਂ ਲੋਕਾਂ ਦੇ ਸੁੱਖ ਲੈਂਦੇ ਐ, ਇੱਥੇ ਦੇ ਵੀ ਪਰਲੋਕ ਦੇ ਵੀ, ਤੇ ਨਿਹਾਲੋ ਨਿਹਾਲ ਹੋ ਜਾਂਦੇ ਨੇ। ਤੇ ਫਿਰ ਆ ਦੁਨੀਆ ਦੇ ਜਿਹੜੇ ਪਦਾਰਥ, ਇਹਨਾਂ ਦੀ ਤਾਂ ਕੀ ਗੱਲ ਕਰੀਏ, ਇਹ ਤਾਂ ਐਂ ਹੀ ਮਿਲ ਜਾਂਦੇ ਐ ਸੇਵਾ ਕਰਦਿਆਂ ਕਰਦਿਆਂ।
ਬੰਧਨ ਮਿਟ ਜਾਤ। ਮੁਕਤ ਵੀ ਹੋ ਜਾਂਦੇ ਸੇਵਾ ਕਰਦੇ ਕਰਦੇ, ਉਹਨਾਂ ਦੇ ਬੰਧਨ ਵੀ ਮਿਟ ਜਾਂਦੇ ਨੇ ਸਾਰੇ, ਕੋਈ ਬੰਧਨ ਨਹੀਂ ਰਹਿ ਜਾਂਦਾ। ਐਸੀ ਵਸ ਨਹੀਂ ਜਗ ਕੋਈ। ਇਹ ਭਾਈ ਇਹੋ ਜੀ ਦੁਨੀਆ ਦੇ ਵਿੱਚ ਕੋਈ ਵੀ ਵਸਤੂ ਨਹੀਂ ਹੈ ਗੁਰ ਸੰਗਤ ਤੇ ਰਹਿਤ ਨ ਜੋਈ। ਜਿਹੜਾ ਗੁਰੂ ਘਰ ਦੀ ਗੁਰੂ ਸੰਗਤ ਦੀ ਸੇਵਾ ਕਰਕੇ ਲੈ ਨਹੀਂ ਸਕਦਾ। ਭਾਵ ਜਿਹਨੂੰ ਗੁਰੂ ਦੀ ਸੇਵਾ ਕਰਕੇ ਨਾ ਮਿਲੀ ਹੋਵੇ, ਮਹਾਰਾਜ ਕਹਿੰਦੇ ਇਹੋ ਜੀ ਦੁਨੀਆ 'ਚ ਕੋਈ ਵਸਤੂ ਨਹੀਂ ਹੈ। ਭਾਵ ਜਿੰਨੇ ਵੀ ਗੁਰੂ ਦੀ ਸੇਵਾ ਕੀਤੀ, ਸੰਗਤ ਦੀ ਸੇਵਾ ਕੀਤੀ ਹੈ ਤਨ ਮਨ ਧਨ ਦੇ ਨਾਲ, ਤੇ ਉਹਨਾਂ ਨੇ ਸਾਰੇ ਪਦਾਰਥ ਲਏ ਹਨ। ਆਪ ਕਰਵੇ ਤੇ ਸੇਵ ਸੁਖਾਰੀ। ਇਹ ਭਾਈ ਤਪੱਸਿਆ ਕਰਨ ਦੇ ਨਾਲੋਂ ਜਿਹੜੀ ਸੇਵਾ ਕਰਨੀ ਬਹੁਤੀ ਸੌਖੀ ਹੈ, ਜਿਨ ਕਾਲ ਨਾ ਆਪੈ ਭਾਰੀ। ਕਿਉਂਕਿ ਜਿਹੜਾ ਤਪ ਕਰਨਾ ਇਹ ਤਾਂ ਬਹੁਤ ਲੰਮੇ ਸਮੇਂ ਤੱਕ ਤਪੱਸਿਆ ਕਰਨੀ ਪੈਂਦੀ, ਬੜੀ ਬੜੀ ਲੰਮੀ ਘਾਲ ਕਮਾਈ ਕਰਨੀ ਪੈਂਦੀ ਹੈ। ਸੇਵਨ ਅਲਪ ਦਿਨ ਕੋ ਜਾਨ। ਤੇ ਜਿਹੜੀ ਸੇਵਾ ਹੈ ਇਹ ਤਾਂ ਤੁਸੀਂ ਥੋੜੇ ਦਿਨਾਂ ਦੀ ਜਾਣੋ, ਭਾਵ ਥੋੜੇ ਦਿਨ ਹੀ ਸੇਵਾ ਕਰਕੇ ਤੇ ਬੜਾ ਵੱਡਾ ਫਲ ਪ੍ਰਾਪਤ ਹੋ ਜਾਂਦਾ ਹੈ। ਫਲ ਪ੍ਰਾਪਤ ਹੈ ਮਹਿਲ ਮਹਾਨ। ਮਹਾਨ ਤੋਂ ਮਹਾਨ ਫਲ ਸੰਗਤ ਜੀ, ਥੋੜੇ ਦਿਨ ਹੀ ਸੇਵਾ ਕਰੀਏ ਨਾ ਸੱਚੀ ਭਾਵਨਾ ਦੇ ਨਾਲ, ਉਹ ਮਿਲ ਜਾਂਦਾ ਹੈ। ਇੱਕ ਦਿਨ ਕੀ ਸੇਵਾ। ਕਹਿੰਦੇ ਤਪ 1 ਸਾਲ ਕਰ ਲਓ। ਕੋਈ ਪੁੱਠਾ ਲਟਕਿਆ ਰਹੇ ਸੰਗਤ ਜੀ, 1 ਸਾਲ ਤੱਕ ਪੁੱਠਾ ਲਟਕ ਲਵੇ। ਤੇ ਕਹਿੰਦੇ ਦੂਜੇ ਪਾਸੇ 1 ਦਿਨ ਸੰਗਤ ਦੀ ਸੇਵਾ ਕਰ ਲਓ, ਗੁਰੂ ਘਰ ਆ ਕੇ ਝਾੜੂ ਫੇਰ ਲਓ, ਤੇ ਕਹਿੰਦੇ ਉਹ ਤੋਂ ਵੀ ਜ਼ਿਆਦਾ ਵੱਡਾ ਫਲ ਮਿਲ ਜਾਵੇਗਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਤਦ ਵੀ 1 ਸਾਲ ਕੋਈ ਪੁੱਠਾ ਲਟਕਿਆ, ਕਿਸੇ ਨੇ ਧੂਣੀਆਂ ਤਾਈਆਂ ਨੇ, ਕੋਈ ਹਿਮਾਲਿਆ ਪਰਬਤ ਦੀਆਂ ਗੁਫਾਵਾਂ ਵਿੱਚ ਜਾ ਕੇ ਬੈਠ ਗਿਆ ਹੈ, ਇੰਨੀ ਤਪੱਸਿਆ ਕੀਤੀ ਹੈ 1 ਸਾਲ ਤੱਕ। ਦੂਜੇ ਪਾਸੇ 1 ਦਿਨ ਜਿਹਨੇ ਸੱਚੀ ਮਨ ਦੀ ਭਾਵਨਾ ਦੇ ਨਾਲ ਗੁਰੂ ਘਰ ਆ ਕੇ ਝਾੜੂ ਫੇਰ ਲਿਆ, ਗੁਰੂ ਘਰ ਵਿੱਚ ਆ ਕੇ ਝੂਠੇ ਭਾਂਡੇ ਮਾਂਜ ਲਏ ਨੇ, ਗੁਰੂ ਦੀ ਸੇਵਾ ਕਰ ਲਈ ਹੈ, ਮਹਾਰਾਜ ਕਹਿੰਦੇ ਤਾਂ ਵੀ ਉਹ ਸਾਲ ਦੀ ਤਪੱਸਿਆ 1 ਦਿਨ ਦੀ ਸੇਵਾ ਦੇ ਬਰਾਬਰ ਨਹੀਂ ਪਹੁੰਚ ਸਕਦੀ ਹੈ। ਤੇ ਕਵੀ ਜੀ ਕਹਿੰਦੇ ਆ ਤੇ ਮੇਰਾ ਤਾਂ ਮਨ ਹੀ ਸੰਕੋਚ ਕਰਦਾ, ਮੁੱਖ ਸੰਕੋਚ ਦਾ ਹੈ ਇਹ ਗੱਲ ਕਹਿੰਦੇ ਆ, ਭਾਵ ਸੇਵਾ ਦੀ ਬਰਾਬਰਤਾ ਹੋ ਹੀ ਨਹੀਂ ਸਕਦੀ। ਇਹ ਤਾਂ ਭਾਈ ਮੀਂਹ ਦੀ ਸੇਵਾ ਨੂੰ ਦੇਖ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਹੁਤੇ ਜ਼ਿਆਦਾ ਖੁਸ਼ ਹੋ ਗਏ। ਭਗਵਾਨ ਸਰੂਪ ਸਤਿਗੁਰੂ ਜੀ ਨੇ ਆਪਣੇ ਕੋਲ ਬਿਠਾਇਆ ਤੇ ਇਦਾਂ ਬਚਨ ਕਹੇ। ਮਹਾਰਾਜ ਜੀ ਕਹਿਣ ਲੱਗੇ, ਉਹ ਭਾਈ ਮੀਹਾ ਤੂੰ ਤਾਂ ਹੁਣ ਸੰਤਾਂ ਦਾ ਵੀ ਮਹੰਤ ਬਣ ਗਿਆ ਹੈ, ਬਾ ਵੱਡੇ ਵੱਡੇ ਸੰਤ ਜਿਹੜੇ ਐ ਉਹ ਵੀ ਤੇਰੀ ਪੂਜਾ ਕਰਿਆ ਕਰਨਗੇ। ਆ ਤੇਰੇ ਮਨ ਦੇ ਵਿੱਚ ਕੁਝ ਕੁ ਇੱਛਾ ਸੀ ਵੀ ਮੇਰੀ ਵੀ ਵਡਿਆਈ ਹੋਵੇ, ਜਾਂ ਤੇ ਇਸ ਕਰਕੇ ਕਹਿੰਦੇ ਜਾ ਤੂੰ ਇਹ ਹੁਣ ਮਹੰਤੀ ਪਾ ਲੈ, ਤੈਨੂੰ ਅਸੀਂ ਇਹ ਮਹੰਤੀ ਦੀ ਦਾਤ ਦਿੱਤੀ ਹੈ। ਜਾਂ ਜਿਹੜੇ ਤੇਰੇ ਸਿਰ ਦੇ ਵਿੱਚ ਕਿਰਮ ਪਏ ਹੋਏ ਸੀ ਨਾ, ਇਹਨਾਂ ਦੀ ਵੀ ਜੂਨ ਬਖਸ਼ੀ, ਤੇ ਇਹ ਹੁਣ ਅਗਲੇ ਜਨਮ ਵਿੱਚ ਤੇਰੇ ਚੇਲੇ ਹੋਣਗੇ। ਹਾਂ ਤੂੰ ਇਹਨਾਂ ਦੀ ਬੜੀ ਭਾਰੀ ਭਾਈ ਮੁਕਤੀ ਚਾਹੁੰਦਾ ਹੈ, ਇਹਦਾ ਹੁਣ ਸੰਗਤ ਵਿੱਚ ਲਾ ਕਰਕੇ ਤੇ ਉਹ ਫਲ ਲੈ ਲਵੀਂ। ਇਹ ਭਾਈ ਸੇਵਾ ਦਾ ਬੜਾ ਵੱਡਾ ਤੈਨੂੰ ਮਹਾਨ ਫਲ ਮਿਲਿਆ ਹੈ। ਤੇਰੇ ਮਨ ਦੇ ਵਿੱਚ ਹੁਣ ਬ੍ਰਹਮ ਗਿਆਨ ਪੈਦਾ ਹੋ ਜਾਵੇਗਾ। ਏਦਾਂ ਕਹਿ ਕੇ ਸਤਿਗੁਰੂ ਮਹਾਰਾਜ ਨੇ ਦਇਆ ਦੀ ਦ੍ਰਿਸ਼ਟੀ ਦੇ ਨਾਲ ਤੱਕਿਆ। ਉਸੇ ਸਮੇਂ ਭਾਈ ਮੀਂਹ ਦੇ ਅੰਦਰ ਹਿਰਦੇ ਦੇ ਵਿੱਚ ਵਿਸ਼ੇਸ਼ ਕਰਕੇ ਪ੍ਰਕਾਸ਼ ਹੀ ਪ੍ਰਕਾਸ਼, ਕਰੋੜਾਂ ਸੂਰਜਾਂ ਵਰਗਾ ਚਾਨਣ ਹੋ ਗਿਆ। ਮਨ ਨੂੰ ਇੱਕ ਨਿੱਕੀ ਜੀ ਕੀੜੀ ਤੋਂ ਬੜਾ ਵੱਡਾ ਬਲ ਵਾਲਾ ਸ਼ੇਰ ਬਣ ਗਿਆ। ਇੱਕ ਧੂੜੀ ਦੇ ਕਿਣਕੇ ਤੋਂ ਸਮੇਰ ਪਰਬਤ ਦੇ ਵਾਂਗ ਬੜਾ ਭਾਰੀ ਬਣ ਗਿਆ, ਬਣਾ ਦਿੱਤਾ ਮਹਾਰਾਜ ਜੀ ਨੇ। ਭਾਈ ਮੀਂਹ ਨੇ ਹੱਥ ਜੋੜੇ ਤੇ ਨਮਸਕਾਰ ਕੀਤੀ। ਆਪਣੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੀ ਬੜੀ ਵੱਡੀ ਮਹਾਨ ਮਹਿਮਾ ਜਾਣੀ। ਉਸ ਸਮੇਂ ਸੰਗਤ ਜੀ ਗੁਰੂ ਘਰ ਦੇ ਵਿੱਚ ਇੱਕ ਦੱਖਣ ਵੱਲ ਦਾ ਬੜਾ ਭਾਰੀ ਬਲਦ ਸੀ। ਦੱਖਣ ਵਾਲੇ ਜਿਹੜੇ ਪਸ਼ੂ ਹੁੰਦੇ ਸੰਗਤ ਜੀ, ਉਹਨਾਂ ਦੇ ਬੜੇ ਬੜੇ ਵੱਡੇ ਸਿੰਘ ਹੁੰਦੇ। ਆਪਣੇ ਵਿੱਚ ਇੱਧਰ ਮਈਆਂ ਨੇ, ਮੱਝਾਂ ਨੇ ਜਾਂ ਗਾਵਾਂ ਨੇ ਬਲਦ ਰੱਖੇ ਹੋਏ ਹੋਣਗੇ, ਪਰ ਜਦੋਂ ਆਪਾਂ ਹਜ਼ੂਰ ਸਾਹਿਬ ਵਾਲੇ ਪਾਸੇ ਜਾਵਾਂਗੇ ਨਾ, ਉੱਧਰ ਜਿਹੜੀਆਂ ਮੱਝਾਂ ਨੇ ਉਹਨਾਂ ਦੇ ਸਿੰਘ ਬਹੁਤ ਬਹੁਤ ਲੰਮੇ, ਉੱਥੇ ਉਹਨਾਂ ਦੇ ਉੱਧਰਲੇ ਪਸ਼ੂਆਂ ਦੇ। ਇੱਦਾਂ ਹੀ ਸੰਗਤ ਜੀ ਗੁਰੂ ਸਾਹਿਬ ਦੇ ਕੋਲ ਕਿਸੇ ਨੇ ਦੱਖਣ ਤੋਂ ਆ ਕੇ ਬਲਦ ਭੇਟਾ ਕੀਤਾ ਸੀ।
ਤੇ ਮਹਾਰਾਜ ਜੀ ਦੇ ਕੋਲ ਉਥੇ ਡੇਰੇ ਵਿੱਚ ਸੀ, ਸੁੰਦਰ ਤਨ ਪਰ ਮਾਨ ਵਡੇਰੇ, ਜਿਹਦਾ ਬੜਾ ਸੋਹਣਾ ਸਰੀਰ ਸੀ, ਚੰਗਾ ਪਲਿਆ ਹੋਇਆ ਸੀ, ਬੜਾ ਵੱਡਾ ਬਲੀ ਸੀ। ਮੇਰੇ ਕੋ ਸੋ ਬਖਸ਼ਿਸ਼ ਕੀ, ਤੇ ਮਹਾਰਾਜ ਨੇ ਉਹ ਜਿਹੜਾ ਬਲਦ ਸੀ ਭਾਈ ਮੀਹੇ ਨੂੰ ਦੇ ਦਿੱਤਾ ਕਿ ਲੈ ਭਾਈ ਮੀਹਾ, ਤੈਨੂੰ ਗੁਰੂ ਘਰ ਦੀ ਬਖਸ਼ਿਸ਼ ਦਿੱਤੀ। ਤੀਰਥ ਵੇਦ ਮਾਮੋ ਦੀ, ਇੱਕ ਬੜਾ ਵੱਡਾ ਸੰਗਤ ਜੀ ਨਗਾਰਾ ਵੀ ਮਹਾਰਾਜ ਨੇ ਦਿੱਤਾ। ਇੱਕ ਝੰਡਾ ਭਗਵੋ ਬਨਵਾਇਓ, ਇੱਕ ਮਹਾਰਾਜ ਨੇ ਝੰਡਾ ਦਿੱਤਾ ਜਿਹਦੇ ਉੱਤੇ ਕੱਪੜਾ ਭੰਗਵਾਂ ਜਿਹਾ ਪਵਾ ਕੇ ਇਹਨੂੰ ਦੇ ਦਿੱਤਾ। ਮੇਹਾ ਪਾ ਮਹੰਤ ਹਰ ਖਾਇਓ, ਏਦਾਂ ਸੰਗਤ ਜੀ ਭਾਈ ਮੀਹਾ ਮਹੰਤੀ ਪਾ ਕੇ ਬੜਾ ਖੁਸ਼ ਹੋਇਆ ਤੇ ਗੁਰੂ ਨੇ 3 ਚੀਜ਼ਾਂ ਉਹਨੂੰ ਦਿੱਤੀਆਂ, ਕਦੇ ਕਸ਼ਟ ਦੇ ਦਾਨ ਮਹਾਨਾ, ਜਿਹਦੇ ਸਾਰੇ ਦੁੱਖ ਦੂਰ ਹੋ ਗਏ ਐ ਤੇ ਬੜਾ ਭਾਰੀ ਬ੍ਰਹਮ ਗਿਆਨ ਦਾ ਫਲ ਲੈ ਲਿਆ। ਸਤਿਗੁਰ ਪਾਰ ਬ੍ਰਹਮ ਕਰ ਜਾਣਾ, ਤੇ ਗੁਰੂ ਸਾਹਿਬ ਨੂੰ ਉਸੇ ਸਮੇਂ ਪਰਮੇਸ਼ਰ ਰੂਪ ਕਰਕੇ ਜਾਣ ਲਿਆ। ਵਿਚਰਤ ਭਇਓ ਮਹਾਮਤ ਧੀਰ, ਏਦਾਂ ਸੰਗਤ ਜੀ ਬੜੀ ਧੀਰਜ ਮਤ ਵਾਲਾ ਭਾਈ ਮੀਹਾ ਫਿਰ ਵਿਚਰਦਾ ਰਿਹਾ ਉਧਰ। ਰਚਨ ਕਰਿਓ ਚੇਲਾ ਰਖ ਮੀਰ, ਸਭ ਤੋਂ ਪਹਿਲਾਂ ਜਿਹੜਾ ਇਹਨੇ ਆਪਣਾ ਚੇਲਾ ਬਣਾਇਆ ਉਹਦਾ ਨਾਮ ਭਾਈ ਲਖਮੀਰ ਸੀ। ਗੁਰੂ ਪਾਤਕਾ ਕਲੀ ਕੋ ਜਾਣਨ, ਉਹਦੇ ਪਾਸੋਂ ਗੁਰੂ ਸਾਹਿਬ ਜੀ ਦੀਆਂ ਖੜਾਵਾਂ ਇਹਨੇ ਵਜਾਉਣੀਆਂ ਕੀਤੀਆਂ ਕਿ ਗੁਰੂ ਦੀਆਂ ਖੜਾਵਾਂ ਦੀ ਪੂਜਾ ਕਰ। ਗੁਰ ਮਹਿਮਾ ਬੜ ਕੀਨ ਜਨਾਵਨ, ਗੁਰੂ ਸਾਹਿਬ ਜੀ ਦੀ ਬੜੀ ਵੱਡੀ ਮਹਿਮਾ ਜਨਾਉਣਾ ਕੀਤੀ। ਇਸ ਪ੍ਰਕਾਰ ਕਰਕੇ ਗੁਰ ਸੇਵਾ, ਏਦਾਂ ਸੰਗਤ ਜੀ ਇਸ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਕੇ ਮਹੰਤ ਮੇਹਾ ਸੁਖ ਲੇਵਾ, ਭਾਈ ਮੀਹਾ ਜੀ ਬੜਾ ਵੱਡਾ ਮਹੰਤ ਬਣ ਗਿਆ ਤੇ ਬੜਾ ਭਾਰੀ ਸੁੱਖ ਲਿਆ। ਦੋਨਾਂ ਲੋਕਨ ਕੀ ਵਡਿਆਈ, ਦੋਨਾਂ ਲੋਕਾਂ ਦੀ ਵਡਿਆਈ ਮਹਾਰਾਜ ਨੇ ਬਖਸ਼ ਦਿੱਤੀ। ਗੁਰ ਸੇਵਾ ਤੇ ਤਖਸ਼ਨ ਪਾਈ, ਗੁਰੂ ਦੀ ਸੇਵਾ ਕਰਕੇ ਬੜੀ ਛੇਤੀ ਹੀ ਕਹਿੰਦੇ ਭਾਈ ਮੀਹੇ ਨੇ ਪਾ ਲਈ ਹੈ। ਇਸਲਾਮ ਮਾਸ ਕੋ ਵਰਤੇ, ਏਦਾਂ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਧਮਧਾਨ ਸਾਹਿਬ ਪਿੰਡ ਦੇ ਵਿੱਚ ਹੀ ਵਾਸਾ ਕਰਦੇ, ਅਨੰਤ ਪ੍ਰਕਾਰਨ ਵਿਚਰਨ ਚਰਤੇ, ਅਨੇਕਾਂ ਤਰ੍ਹਾਂ ਦੇ ਕੌਤਕ ਕਰਦੇ ਐ ਵਿਚਰਦੇ ਹੋਏ। ਕਰਨ ਅਖੇਰ ਆਏ ਨਿਸੜੇ, ਦਿਨੇ ਜਾ ਕਰਕੇ ਜੰਗਲ ਵਿੱਚ ਖੇਡ ਕਰਦੇ ਐ, ਪਾਪ ਸ਼ਿਕਾਰ ਖੇਡਦੇ ਐ ਤੇ ਰਾਤ ਨੂੰ ਆਪਣੇ ਡੇਰੇ ਵਿੱਚ ਆ ਜਾਂਦੇ ਹਨ। ਸੰਗਤ ਦਰਸਹਿ ਪਹੁੰਚ ਕਨੇਰੇ, ਬਹੁਤੀ ਸੰਗਤ ਦੂਰੋਂ ਦੂਰੋਂ ਚੱਲ ਕੇ ਆਉਂਦੀ ਹੈ ਤੇ ਮਹਾਰਾਜ ਦੇ ਦਰਸ਼ਨ ਕਰਦੀ ਹੈ। ਧਰਮ ਸਾਰ ਸੰਗਤਾ ਮੰਨੈ, ਸੰਗਤਾਂ ਬਹੁਤ ਸਾਰਾ ਧਨ ਲੈ ਕੇ ਆਉਂਦੀਆਂ ਹਨ ਸਤਿਗੁਰ ਦੇਵ ਕਰਾਇ ਮਹਾਨੈ, ਤੇ ਸਤਿਗੁਰੂ ਜੀ ਜਿੰਨਾ ਧਨ ਆਉਂਦਾ ਉਹਦੇ ਲੰਗਰ ਹੀ ਲਾ ਦਿੰਦੇ ਆ, ਬੜੀਆਂ ਦੇਗਾਂ ਕਰਵਾ ਦਿੰਦੇ ਹਨ। ਆਓ ਧਰਮ ਇਕੱਠੋ ਬਹੁ ਹੋਇ, ਤਾਦ ਵੀ ਸੰਗਤ ਜੀ ਬਹੁਤ ਸਾਰਾ ਧਨ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਇਕੱਠਾ ਹੋ ਜਾਂਦਾ। ਜਬ ਸਤਿਗੁਰ ਅਵਲੋਕਤ ਸੋਇ, ਜਦੋਂ ਮਹਾਰਾਜ ਜੀ ਉਹ ਧਨ ਨੂੰ ਦੇਖਦੇ ਪਾਪ ਉਪਕਾਰ ਹੇਤ ਸੋ ਦੇਤ, ਤੇ ਉਸ ਧਨ ਨੂੰ ਮਹਾਰਾਜ ਜੀ ਆਪਣੇ ਕੋਲ ਨਹੀਂ ਰੱਖਦੇ, ਉਹ ਧਨ ਨੂੰ ਫਿਰ ਪਰਉਪਕਾਰ ਵਾਸਤੇ ਲੋਕਾਂ ਨੂੰ ਦੇ ਆਉਂਦੇ ਹਨ। ਖੂਬ ਕਹੂੰ ਕਿਤ ਬਾਗ ਲਗੀਤ, ਕਿਸੇ ਥਾਂ ਤੇ ਮਹਾਰਾਜ ਨੇ ਸੰਗਤ ਜੀ ਖੂਹ ਲਵਾਤੇ ਉਧਰ, ਤੇ ਕਿਸੇ ਥਾਂ ਤੇ ਬੜੇ ਸੋਹਣੇ ਬਾਗ ਬਗੀਚੇ ਬਣਵਾ ਦਿੱਤੇ। ਜੈ ਸਮੀਪ ਰਾਖੈ ਗੋਸਾਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਧਨ ਨੂੰ ਆਪਣੇ ਕੋਲ ਹੀ ਨਹੀਂ ਰੱਖਦੇ, ਬਸ ਆਈ ਚਲਾਈਓ ਰੱਖਦੇ ਹਨ। ਜਿਉ ਆਵਤ ਕਿਉ ਦੇਤ ਚਲਾਈ, ਬਸ ਜਿਵੇਂ ਸੰਗਤ ਜੀ ਧਨ ਆ ਜਾਂਦਾ ਏ ਤੇ ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਚਲਾ ਦਿੰਦੇ ਹਨ। ਇਸ ਤਰ੍ਹਾਂ ਇਹ ਪ੍ਰਸੰਗ ਸੰਗਤ ਜੀ ਆਇਆ ਹੈ ਤੇ ਇਸ ਸਾਖੀ ਦੇ ਅੰਦਰ ਆਪਾਂ ਭਾਈ ਮੀਹੇ ਜੀ ਦੀ ਕਰੜੀ ਕਾਲਣਾ ਸਰਵਣ ਕੀਤੀ ਹੈ ਕਿ ਕਿਵੇਂ ਗੁਰੂ ਘਰ ਦੇ ਵਿੱਚ ਆ ਕੇ ਭਾਈ ਮੀਹਾ ਜੀ ਨੇ ਸੇਵਾ ਕੀਤੀ ਤੇ ਸੇਵਾ ਕਿਵੇਂ ਕੀਤੀ ਹੈ। ਬੜੀ ਕਰੜੀ ਸੰਗਤ ਜੀ ਉਹਨਾਂ ਨੇ ਕਾਲ ਕਮਾਈ ਕੀਤੀ ਤੇ ਜਦੋਂ ਗੁਰੂ ਦੀ ਨਜ਼ਰ ਹੋਈ ਹੈ ਤੇ ਫਿਰ ਖੁੱਲੀਆਂ ਬਖਸ਼ਿਸ਼ਾਂ ਹੀ ਮਹਾਰਾਜ ਨੇ ਸੰਗਤ ਜੀ ਬਖਸ਼ ਦਿੱਤੀਆਂ ਨੇ। ਇਹਦਾ ਭਾਈ ਮੀਹੇ ਨੂੰ ਨਿਹਾਲੋ ਨਿਹਾਲ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਆ ਮਾਈ ਭਾਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਯਾਤਰਾ ਕਰ ਰਹੇ ਹੋ, ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤ ਜੀ ਦੁਨੀਆ ਨੂੰ ਤਾਰਦੇ ਹੋਏ ਅੱਗੇ ਤੋਂ ਅੱਗੇ ਜਾ ਰਹੇ ਹੈ, ਤਿਵੇਂ ਤਿਵੇਂ ਆਪਾਂ ਵੀ ਕਥਾ ਸੁਣਦੇ ਸੁਣਦੇ ਗੁਰੂ ਸਾਹਿਬ ਜੀ ਦੇ ਨਾਲ ਨਾਲ ਹੀ ਤੁਰੇ ਜਾ ਰਹੇ ਹਾਂ। ਕਿੱਥੋਂ ਕਿੱਥੋਂ ਦੇ ਇਤਿਹਾਸ, ਕਿੱਥੇ ਕਿੱਥੇ ਜਿਹੜੇ ਪਿੰਡ ਆਪਾਂ ਕਦੀ ਸੁਣੇ ਵੀ ਨਹੀਂ ਹੋਣੇ ਤੇ ਉਹਨਾਂ ਦੇ ਵੀ ਆਪਾਂ ਕਥਾ ਦੇ ਰਾਹੀਂ ਦਰਸ਼ਨ ਕਰ ਰਹੇ ਹਾਂ ਕਿ ਸਾਡੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਲਾਣੇ ਪਿੰਡ ਦੇ ਵਿੱਚ ਜਾ ਕੇ ਆਹ ਕੌਤਕ ਕੀਤਾ ਸੀ, ਫਲਾਣੀ ਥਾਂ ਤੇ ਜਾ ਕੇ ਮਹਾਰਾਜ ਨੇ ਇੱਦਾਂ ਕਿਰਪਾ ਕੀਤੀ, ਆਹ ਉੱਥੋਂ ਦਾ ਇਤਿਹਾਸ ਹੈ। ਇਹ ਆਪਾਂ ਸੰਗਤ ਜੀ ਆਪ ਮਾਈ ਭਾਈ ਸੁਣ ਰਹੇ ਹੈ ਤੇ ਬੜਾ ਵੱਡਾ ਸਾਨੂੰ ਸੱਚੇ ਪਾਤਸ਼ਾਹ ਜੀ ਲਾਭ ਦੇ ਰਹੇ ਨੇ। ਇਸੇ ਤਰ੍ਹਾਂ ਸਾਡੇ ਤੇ ਕਿਰਪਾ ਬਣਾਈ ਰੱਖਣ, ਹੋਰ ਵੀ ਸਾਡੇ ਮਨ 'ਚ ਚਾਅ ਪੈਦਾ ਕਰਨ ਤੇ ਆਪਾਂ ਗੁਰੂ ਕੇ ਦਰਬਾਰ ਵਿੱਚ ਬੈਠ ਕੇ ਗੁਰੂ ਕੀ ਸਾਖੀ ਸੁਣੀਏ।
ਦਰਬਾਰ ਵਿੱਚ ਬੈਠਿਆਂ ਹੋਇਆਂ ਜਿਵੇਂ ਜਿਵੇਂ ਸਾਖੀ ਚੱਲਦੀ ਹੈ ਤਿਵੇਂ ਤਿਵੇਂ ਸਾਡਾ ਮਨ ਨਾਲ ਨਾਲ ਤੁਰਦਾ ਹੋਇਆ ਗੁਰੂ ਸਾਹਿਬ ਜੀ ਦੀ ਸੰਗਤ ਦੀ ਯਾਤਰਾ ਕਰ ਲੈਂਦਾ ਹੈ। ਅੱਗੇ ਵੀ ਆਪਾਂ ਇੱਕ ਦਿਨ ਸੁਣਿਆ ਸੀ ਕਿ ਸ਼ਾਇਦ ਕੋਈ ਦੁਨੀਆ ਦੇ ਵਿੱਚ ਐਸਾ ਸਿੱਖ ਨਹੀਂ ਹੋਣਾ ਕਿ ਜਿਹਨੇ 10 ਗੁਰੂਆਂ ਦੇ ਨਾਲ ਤੁਰ ਕੇ ਯਾਤਰਾ ਕੀਤੀ ਹੋਵੇ। 10 ਗੁਰੂਆਂ ਦੇ ਨਾਲ ਹੀ ਜਿਹੜਾ ਸਿੱਖ ਵਿਚਰਿਆ ਹੋਵੇ, ਕੋਈ ਵੀ ਨਹੀਂ ਹੈ। ਬਾਬਾ ਬੁੱਢਾ ਸਾਹਿਬ ਜੀ ਹਨ ਤੇ ਉਹ ਸੰਗਤ ਜੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਰੀ ਸਮੇਂ ਜਾ ਕੇ ਕਰਤਾਰਪੁਰ ਸਾਹਿਬ ਨਗਰ ਬੈਠੇ ਹੈ, ਉਸ ਸਮੇਂ ਬਾਬਾ ਬੁੱਢਾ ਦੀ ਸੇਵਾ ਵਿੱਚ ਆਏ ਹੈ ਤੇ 6ਵੇਂ ਪਾਤਸ਼ਾਹ ਜੀ ਤੱਕ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਵੀ। ਤੇ ਉਹ ਵੀ ਜਦੋਂ ਮਹਾਰਾਜ ਜੀ ਦੇ ਨਾਲ ਨਹੀਂ ਰਹਿੰਦੇ ਗਏ, ਉੱਥੇ ਹੀ ਸਤਿਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਹਰਿਮੰਦਰ ਸਾਹਿਬ ਦੀ ਸੇਵਾ ਕਰਾਉਂਦੇ। ਬੀੜ ਬਾਬਾ ਬੁੱਢਾ ਸਾਹਿਬ ਉੱਥੇ ਰਹਿੰਦੇ, ਰਮਦਾਸ ਰਹਿੰਦੇ, ਕੱਥੂ ਨੰਗਲ ਚਲੇ ਜਾਂਦੇ। ਪਰ ਗੁਰੂ ਜੀ ਦੇ ਨਾਲ ਨਾਲ ਰਹਿਣਾ ਉਹਨਾਂ ਨੂੰ ਵੀ ਨਹੀਂ ਸੰਗਤ ਜੀ ਨਾ ਸਮਾਂ ਮਿਲਿਆ। ਚਾਹੇ ਮਨ ਕਰਕੇ ਤਾਂ ਸਦਾ ਹੀ ਨਾਲ ਨੇ, ਤਨ ਕਰਕੇ। ਤੇ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਬੜਾ ਵੱਡਾ ਫਲ ਦਿੱਤਾ ਹੈ, ਇਹ ਮੌਕਾ ਦਿੱਤਾ ਹੋਇਆ ਕਿ ਆਪਾਂ ਇੱਥੇ ਬੈਠੇ ਬੈਠੇ 10 ਗੁਰੂ ਸਾਹਿਬਾਨਾਂ ਦੀ ਜੀਵਨੀ ਸੰਗਤ ਵੀ ਸੁਣ ਰਹੇ ਹਾਂ। ਤੇ ਜਿਵੇਂ ਜਿਵੇਂ ਗੁਰੂ ਦਾ ਇਤਿਹਾਸ ਸੁਣਦੇ ਹਾਂ ਤਿਵੇਂ ਤਿਵੇਂ ਆਪਾਂ ਨਾਲ ਨਾਲ ਯਾਤਰਾ ਕਰ ਰਹੇ ਹੁੰਦੇ ਹਾਂ। ਜਿੰਨਾ ਚਿਰ 1 ਘੰਟਾ ਆਪਾਂ ਬੈਠਦੇ ਹਾਂ ਉਹਨਾਂ ਚਿਰ ਸੰਗਤ ਜੀ ਗੁਰੂ ਦੇ ਨਾਲ ਹੀ ਆਪਾਂ ਹਾਜ਼ਰੀ ਲਵਾ ਰਹੇ ਹੁੰਦੇ ਹਾਂ। ਤੇ ਜਿਹਨੂੰ ਗੁਰੂ ਤੇਗ ਬਹਾਦਰ ਜੀ ਦੀ ਸੰਗਤ ਮਿਲ ਗਈ ਉਹਨੂੰ ਹੋਰ ਕੀ ਚਾਹੀਦਾ। ਤੇ ਇਸ ਕਰਕੇ ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਬਣਾਉਣ, ਇਸੇ ਤਰ੍ਹਾਂ ਅਸੀਂ ਸੰਗਤ ਕਰਦੇ ਰਹੀਏ। ਤੇ ਜੋ ਸਾਖੀਆਂ ਦੇ ਵਿੱਚੋਂ ਸਿੱਖਿਆ ਮਿਲ ਰਹੀ ਹੈ ਕਿ ਭਾਈ ਮੀਹੇ ਨੇ ਕਿੱਦਾਂ ਸੇਵਾ ਕਰਕੇ ਤੇ ਕਿੱਡੀ ਕਾਲ ਕਮਾਈ ਕਰਕੇ ਲਾਹੇ ਪ੍ਰਾਪਤ ਕੀਤੇ ਹੈ, ਗੁਰੂ ਦੀਆਂ ਖੁਸ਼ੀਆਂ ਪਾਈਆਂ, ਤੇ ਉਹਨਾਂ ਤੋਂ ਸਿੱਖਿਆ ਲੈ ਕੇ ਆਪਾਂ ਵੀ ਆਪਣੇ ਜੀਵਨ ਵਿੱਚ ਸੇਵਾ ਕਮਾਈ। ਚਾਹੇ ਓਨੀ ਤਾਂ ਨਹੀਂ ਆਪਾਂ ਕਮਾ ਸਕਦੇ ਜਿੱਦਾਂ ਦੀ ਭਾਈ ਮੀਹੇ ਨੇ ਕੀਤੀ ਹੈ, ਨਾ ਹੀ ਸਾਥੋਂ ਹੋਣੀ ਹੋਈ ਹੈ ਸੰਗਤ ਜੀ ਉੱਦਾਂ ਦੀ ਸੇਵਾ। ਕਿਹੜਾ ਇੱਦਾਂ ਕਰ ਲੇਗਾ, ਔਖਾ ਹੈ। ਤੇ ਜਿੰਨੇ ਵੀ ਮਹਾਰਾਜ ਜੀ ਕਿਰਪਾ ਕਰਨ ਤੇ ਆਪਾਂ ਚਾਅ ਮਨ ਵਿੱਚ ਪੈਦਾ ਕਰਕੇ ਜੋ ਸੇਵਾ ਕਰਿਆ ਕਰੀਏ। ਤੇ ਸੇਵਾ ਕਰਨ ਦੀ ਜੁਗਤੀ ਵੀ ਦੱਸੀ ਹੈ ਕਿ ਜਿੰਨਾ ਚਿਰ ਸੇਵਾ ਕਰੀ ਜਾਣਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ, ਹੋਰ ਕੋਈ ਗੱਲ ਨਹੀਂ ਕਰਨੀ। ਤੇ ਕੁਝ ਵੀ ਬੋਲਣਾ ਨਹੀਂ ਹੈ, ਬੋਲਣਾ ਬੜਾ ਘੱਟ ਹੈ। ਕਿਤੇ ਲੋੜ ਪਵੇ ਤੇ ਬੋਲੋ, ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ਕਰੋ ਸੇਵਾ ਦੇ ਵਿੱਚ। ਤੇ ਉਹ ਸੇਵਾ ਜਿਹੜੀ ਹੈ ਫਿਰ ਬੜੀ ਛੇਤੀ ਫਲੀਭੂਤ ਹੁੰਦੀ ਹੈ, ਬੜੀ ਛੇਤੀ ਫਲ ਵੀ ਮਿਲ ਜਾਂਦਾ ਹੈ। ਇਸ ਕਰਕੇ ਥੋੜ੍ਹੀ ਸੇਵਾ ਦੇ ਵਿੱਚ ਵੀ ਆਪਾਂ ਬਹੁਤਾ ਲਾਭ ਖੱਟ ਲਈਏ, ਥੋੜ੍ਹੇ ਕੰਮ ਦੇ ਵਿੱਚ ਵੀ ਬਹੁਤਾ ਲਾਭ ਮਿਲ ਜਾਣਾ ਚਾਹੀਦਾ ਸਾਨੂੰ। ਤੇ ਇਹ ਗੁਰੂ ਦੀ ਸੇਵਾ ਦੇ ਨਾਲ ਬਹੁਤਾ ਲਾਭ ਸਾਨੂੰ ਪ੍ਰਾਪਤ ਹੋਵੇ। ਇੱਥੇ ਸੰਗਤ ਜੀ ਭਾਈ ਮੀਹਾਂ ਜੀ ਦੇ ਜੀਵਨ ਦੀ ਸਾਖੀ ਸਮਾਪਤ ਹੋਈ। ਅੱਗੇ ਵੀ ਇਹਨਾਂ ਦਾ ਪ੍ਰਸੰਗ ਆਉਣਾ ਅਜੇ ਕਿ ਇੱਕ ਵਾਰ ਇਹਨਾਂ ਨੇ ਜਦੋਂ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਜਾਣੀ ਹੈ ਨਾ, ਤੇ ਫਿਰ ਭਾਈ ਮੀਹੇ ਨੇ ਸੰਗਤ ਜੀ ਬਲਦ 'ਤੇ ਬੈਠ ਕੇ ਤੇ ਉਹ ਨਗਾਰਾ ਵਜਾਉਂਦੇ ਵਜਾਉਂਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ। ਉੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਦੀਵਾਨ ਲੱਗਿਆ ਹੋਣਾ ਤੇ ਦੀਵਾਨ ਦੇ ਵਿੱਚ ਮਹਾਰਾਜ ਬੈਠੇ ਤੇ ਇੱਧਰੋਂ ਇਹਨੇ ਨਗਾਰਾ ਵਜਾਉਂਦੇ ਜਾਣਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਲੈਂਦਿਆਂ ਜਾਣਾ। ਤੇ ਮਹਾਰਾਜ ਜੀ ਨੇ ਕਹਿਣਾ, ਸਿੱਖੋ ਇਹ ਕੌਣ ਹੈ, ਇਹਨੂੰ ਪਤਾ ਨਹੀਂ ਹੈ ਗੁਰੂ ਘਰ ਕਿਵੇਂ ਆਈਦਾ ਹੈ। ਕਹਿਣ ਲੱਗੇ, ਸਿੱਖ ਮਹਾਰਾਜ ਇਹ ਵੱਡੇ ਸਤਿਗੁਰੂ ਜੀ ਦਾ ਸਿੱਖ ਹੈ, ਨਵਾਜਿਆ ਹੋਇਆ ਭਾਈ ਮੀਹਾਂ। ਕਹਿੰਦੇ ਜੇ ਗੁਰੂ ਸਾਹਿਬ ਜੀ ਦਾ ਸਿੱਖ ਹੈ ਤੈਨੂੰ ਪਤਾ ਨਹੀਂ ਕਿਵੇਂ ਗੁਰੂ ਘਰ ਵਿੱਚ ਆਈਦਾ। ਦੀਵਾਨ ਲੱਗਿਆ ਹੋਇਆ, ਇਹ ਨਗਾਰਾ ਵਜਾਉਂਦਾ ਆ ਰਿਹਾ, ਸੰਗਤਾਂ ਦੇ ਮਨ ਵਿੱਚ ਵਿਘਨ ਪਾ ਰਿਹਾ ਹੈ। ਜਾਓ ਇਹਦੇ ਕੋਲੋਂ ਖੋਲੋ ਗੁਰੂ ਘਰ ਦੀਆਂ ਸਾਰੀਆਂ ਚੀਜ਼ਾਂ। ਸਿੱਖ ਗਏ ਸੰਗਤ ਜੀ, ਭਾਈ ਮੀਹੇ ਨੂੰ ਬਲਦ ਤੋਂ ਲਾਹ ਕੇ ਪਾਸੇ ਕੀਤਾ, ਬਲਦ ਵੀ ਲੈ ਲਿਆ, ਨਗਾਰਾ ਵੀ ਲੈ ਲਿਆ, ਨਿਸ਼ਾਨ ਸਾਹਿਬ ਵੀ ਲੈ ਲਿਆ। ਤੇ ਭਾਈ ਮੀਹਾਂ ਜੀ ਉਸੇ ਤਰ੍ਹਾਂ ਹੀ ਸੰਗਤ ਵਿੱਚ ਆ ਕੇ ਬਹਿ ਗਏ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਦੀ ਸਮਾਪਤੀ ਹੋਈ ਤੇ ਮਹਾਰਾਜ ਕਹਿਣ ਲੱਗੇ, ਹਾਂ ਭਾਈ ਤੈਨੂੰ ਸੰਗਤ ਵਿੱਚ ਆਉਣ ਦਾ ਨਹੀਂ ਪਤਾ ਸੀ। ਕਹਿਣ ਲੱਗੇ, ਮਹਾਰਾਜ ਮੈਨੂੰ क्षमा ਕਰਿਓ ਜੋ ਗਲਤੀ ਹੋ ਗਈ। ਕਹਿਣ ਲੱਗੇ, ਮਹਾਰਾਜ ਵੀ ਤੇਰੇ ਕੋਲ ਆ ਨਿਸ਼ਾਨੀਆਂ ਲੈ ਲਈਆਂ ਅਸੀਂ ਗੁਰੂ ਦੀਆਂ ਦਿੱਤੀਆਂ ਹੋਈਆਂ, ਤੇਰੇ ਮਨ ਵਿੱਚ ਕੋਈ ਰੋਸ ਨਹੀਂ ਆਇਆ। ਕਹਿਣ ਲੱਗੇ, ਮਹਾਰਾਜ ਆਪੇ ਜਦੋਂ ਤੁਹਾਡੇ ਮਨ ਵਿੱਚ ਇੱਛਾ ਆਈ ਮੈਨੂੰ ਦੇਤੀਆਂ, ਹੁਣ ਤੁਹਾਡੇ ਮਨ ਵਿੱਚ ਇੱਛਾ ਆਈ ਤੁਸੀਂ ਲੈ ਲਈਆਂ। ਤੇ ਮੈਂ ਜਿੰਨਾ ਚਿਰ ਮੇਰੇ ਕੋਲ ਸੀ ਮੈਂ ਸਾਂਭੀਆਂ, ਹੁਣ ਤੁਹਾਡੇ ਕੋਲ ਆ ਗਈਆਂ, ਹੁਣ ਤੁਸੀਂ ਆਪ ਸਾਂਭੋ। ਹੁਣ ਮੈਨੂੰ ਦੱਸੋ ਮੈਂ ਕੀ ਕਰਾਂ, ਮੇਰੇ ਵਾਸਤੇ ਕੀ ਹੁਕਮ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੜੇ ਖੁਸ਼ ਹੋਏ ਤੇ ਫਿਰ ਇਹਨਾਂ ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਸੀ। ਐਸੇ ਪਿਆਰ ਵਾਲੇ ਸਿੱਖ ਹੋਏ ਭਾਈ ਮੀਹਾਂ ਜੀ, ਉਹਨਾਂ ਦੀ ਆਪਾਂ ਸਾਖੀ ਸੁਣੀ ਹੈ। ਇੱਥੇ ਸਮਾਂ ਸਮਾਪਤ ਹੋ ਚੁੱਕਾ ਹੈ, ਇੱਥੇ ਹੁਣ ਸਮਾਪਤੀ ਕਰੀਏ ਜੀ। ਨਹਿ ਸਮੀਪ ਰਾਖਹਿ ਗੋਸਾਈ, ਜਿਉ ਆਵਤ ਤਿਉ ਦੇਤ ਚਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ।